कर चुके हैं। अज पंजवीं पौड़ी की विचार आरंभ करांगे, जिस दे नाल पहला श्लोक साहिब श्री गुरु नानक पातशाह जी का उच्चारण किया हुआ है। आदि श्री गुरु ग्रंथ साहिब जी के पावन अंग 139 तो यह श्लोक आरंभ होता है। कूड़ बोल मुरदार खाए, अवरी नूं समझावन जाए। इत्थे आगुआं की गल कर रहे हैं। कूड़ का मतलब झूठ ते मुरदार का मतलब हुंदा है हराम, पराया हक, जिन्हों मुर्दा भी कह देंगे ने। लेकिन इत्थे मुरदार का मतलब है पराया हक, हराम। जो मनुख झूठ बोल के दूजियां दा हक खांदा है, यानी झूठ बोलना ये दूजियां दा हक खाना ही है, मुर्दे खान दे बराबर ही है। जिहड़ा इंसान झूठ बोल के दूजियां दा हक खांदा है पर करदा की है, अवरी नूं समझावन जाए। अवरी का मतलब होरां नूं सिक्ख्या देण जांदा है कि झूठ ना बोलो। आप झूठ बोलदा है, झूठ बोल के दूजियां दे हक खांदा है, लेकिन दूजियां नूं समझाउंदा फिरदा है उच्ची आवाज कि झूठ ना बोलो, माड़े काम ना करो। मुठा आप मुहाए साथ है। मुठा का मतलब ठगिया होया है ते मुहाए का मतलब ठगाउंदा है। साथे का मतलब साथ नूं, साथियां नूं। वो आप तां ठगिया ही जा रहा है, अपने साथियां नूं ही लुटांदा है। ਜਿਹੜੇ ਉਹਦੇ ਪਿੱਛੇ ਤੁਰਨ ਵਾਲੇ ਨੇ, ਫੋਲੋਅਰ ਨੇ, ਜਿਨ੍ਹਾਂ ਦਾ ਉਹ ਲੀਡਰ ਹੈ, ਜਿਨ੍ਹਾਂ ਦਾ ਉਹ ਆਗੂ ਹੈ, ਆਪਣੀ ਉਸ ਪਾਰਟੀ ਨੂੰ, ਆਪਣੇ ਫੋਲੋਅਰ ਨੂੰ, ਉਹਦੇ ਪਿੱਛੇ ਤੁਰਨ ਵਾਲਿਆਂ ਨੂੰ, ਉਹਦੀ ਗੱਲ ਮੰਨਣ ਵਾਲਿਆਂ ਨੂੰ ਵੀ ਆਤਮਿਕ ਜੀਵਨ ਉਹਨਾਂ ਦਾ ਵੀ ਬਰਬਾਦ ਕਰਦਾ ਹੈ। ਆਪ ਠੱਗਿਆ ਹੋਇਆ ਹੈ, ਆਪਣਾ ਆਤਮਿਕ ਜੀਵਨ ਲੁਟਾ ਬੈਠਾ ਹੈ ਤੇ ਦੂਜਿਆਂ ਨੂੰ ਵੀ ਲੁਟਾ ਰਿਹਾ ਹੈ, ਕਿਉਂਕਿ ਦੂਜਿਆਂ ਨੂੰ ਵੀ ਉਹ ਝੂਠ ਦੇ ਰਾਹ ਤੇ ਤੋਰੇਗਾ। ਨਾਨਕ ऐसा आगू जापै। जापै का मतलब इत्थे है जाप दा, जाप जांदा है यानी उगड़ जांदा है। अजिहा आगू अंत नूं उगड़ जांदा है, ਉਹਦਾ पर्दा फाश हो जाता है। उगड़न का मतलब पर्दा फाश हो जाना। आखिर ऐसे आगू का पर्दा फाश हो जाता है क्योंकि वो आप भी ठगिया होया है ते अपने फॉलोअर्स नूं भी वो ठगा दिंदा है ते अखीर ऐसे आगू का पर्दा फाश हो जाता है, ਉਹਨੂੰ ਨਮੋਸ਼ੀ ਦਾ ਮੂੰਹ ਵੇਖਣਾ ਪੈਂਦਾ ਹੈ। ਔਰ ਇਹ ਜਿਹੜਾ ਆਗੂ ਹੈ ਨਾ, ਰਾਜਨੀਤਿਕ ਆਗੂ ਵੀ ਹੋ ਸਕਦਾ ਹੈ, ਕੋਈ ਧਾਰਮਿਕ ਆਗੂ ਵੀ ਹੋ ਸਕਦਾ ਹੈ, ਕੋਈ ਸਮਾਜਿਕ ਆਗੂ ਹੋ ਸਕਦਾ ਹੈ, ਪਰਿਵਾਰ ਦਾ ਆਗੂ ਹੋ ਸਕਦਾ ਹੈ, ਕਿਸੇ ਵੀ ਜਥੇ ਦਾ ਜੋ ਕੁਝ ਲੋਕਾਂ ਨੂੰ ਗਾਈਡੈਂਸ ਦੇ ਰਿਹਾ ਹੈ, ਕੋਈ ਵੀ ਆਗੂ। ਜੇ ਪਰਿਵਾਰ ਦੇ ਵਿੱਚ ਕੋਈ ਆਗੂ ਜਿਹੜਾ ਮੁਖੀਆ ਹੈ ਮਾੜਾ ਹੋਏਗਾ, ਝੂਠ ਬੋਲਣ ਵਾਲਾ ਹੋਏਗਾ, ਤਾਂ ਆਪਣੀ ਤੇ ਬਦਨਾਮੀ ਕਰਾਏਗਾ, ਨਾਲ ਪਰਿਵਾਰ ਦਾ ਵੀ ਨੁਕਸਾਨ ਕਰੇਗਾ। ਸੋਸ਼ਲ ਲਾਈਫ ਦੇ ਅੰਦਰ ਜੇ ਕੋਈ ਬੰਦਾ ਐਸੀ ਜ਼ਿੰਦਗੀ ਜੀਂਦਾ ਹੈ ਤਾਂ ਉਹ ਆਪ ਵੀ ਖਰਾਬ ਹੋਏਗਾ ਤੇ ਆਪਣੇ ਰਿਸ਼ਤੇਦਾਰਾਂ, ਸੱਜਣਾ, ਮਿੱਤਰਾਂ ਨੂੰ ਵੀ ਖਰਾਬ ਕਰੇਗਾ। ਰਾਜਨੀਤਿਕ ਪਾਰਟੀਆਂ ਦੇ ਅੰਦਰ ਜੇ ਕੋਈ ਐਸਾ ਆਗੂ ਹੈ ਤਾਂ ਉਹ ਆਪਣੀ ਪਾਰਟੀ ਦਾ ਵੀ ਨੁਕਸਾਨ ਕਰੇਗਾ, ਦੇਸ਼ ਦਾ ਨੁਕਸਾਨ ਕਰੇਗਾ, ਕੌਮ ਦਾ ਨੁਕਸਾਨ ਕਰੇਗਾ। ਔਰ ਆਖਿਰ ਐਸੇ ਆਗੂਆਂ ਦਾ ਪਰਦਾ ਜਿਹੜਾ ਹੈ ਉਹ ਉਗੜ ਜਾਂਦਾ ਹੈ। ਇਹ ਤਾਂ ਉਹਨਾਂ ਦੀ ਗੱਲ ਹੈ ਜਿਹੜੇ ਲੋਕ ਝੂਠ ਦੇ ਨਾਲ ਜੁੜੇ ਨੇ, ਉਹ ਆਪਣੀ ਆਤਮਿਕ ਜੀਵਨ ਨੂੰ ਬਰਬਾਦ ਕਰਦੇ ਨੇ ਔਰ ਆਪਣੇ ਸਾਥੀਆਂ ਦਾ ਵੀ ਨੁਕਸਾਨ ਕਰਦੇ। ਹੁਣ ਦੂਜੀ ਗੱਲ ਕਰਦੇ ਨੇ ਸੱਚ ਜਿਨ੍ਹਾਂ ਦੇ ਅੰਦਰ ਹੈ, ਦੂਜੇ ਪੱਖ ਦੀ ਗੱਲ ਕਰ ਰਹੇ ਨੇ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ। ਮੁਖ ਦਾ ਮਤਲਬ ਮੁਖ ਤੋਂ, ਜ਼ਬਾਨ ਤੋਂ, ਅਲਾਏ ਦਾ ਮਤਲਬ ਬੋਲਦਾ ਹੈ। ਜਿਸ ਦੇ ਅੰਦਰ ਸੱਚ ਹੈ, ਹੁਣ ਜਿਸ ਮਨੁੱਖ ਦੇ ਹਿਰਦੇ ਵਿੱਚ ਸੱਚ ਹੈ, ਜਿਸ ਦੀ ਸੋਚ ਦੇ ਅੰਦਰ ਸੱਚ ਹੈ, ਉਹਦੀ ਨਿਸ਼ਾਨੀ ਕੀ ਹੈ? ਸੋ ਸੱਚਾ ਨਾਮ ਮੁਖ ਸੱਚ ਅਲਾਏ। ਨਾਮ ਦਾ ਮਤਲਬ ਜੋ ਹੁਕਮ ਹੈ ਉਹ ਪ੍ਰਭੂ ਦੇ ਸੱਚੇ ਹੁਕਮ ਨੂੰ ਮੰਨਦਾ ਹੈ ਔਰ ਜ਼ਬਾਨ ਦੇ ਵਿੱਚੋਂ ਵੀ ਸੱਚ ਬੋਲਦਾ ਹੈ, ਸੱਚੇ ਨਾਮ ਨੂੰ ਫੋਲੋ ਕਰਦਾ ਹੈ, ਸੱਚ ਨੂੰ, ਔਰ ਸੱਚ ਹੀ ਮੂੰਹ ਚੋਂ ਬੋਲਦਾ ਹੈ ਜਿਹਦੇ ਅੰਦਰ ਸੱਚ ਹੁੰਦਾ ਹੈ। यानी वो मन वचन कर्म करके सच्चा होएगा, जबान तो भी सच बोलेगा, वो सच्चे हुक्म नू फॉलो करेगा और ओदे अंदर भी सच होएगा। ते ऐसा इंसान की करेगा, वो हर मार्ग आप चलदा होरनां नू हर मार्ग पाए। जिस दे अंदर सच है
ਉਹ ਆਪ ਵੀ ਸੱਚ ਦੇ ਰਾਹ ਤੇ ਤੁਰਦਾ ਹੈ, ਰੱਬ ਦੇ ਰਾਹ ਤੇ ਤੁਰਦਾ ਹੈ। ਰੱਬ ਦੇ ਰਾਹ ਦਾ ਮਤਲਬ ਰੱਬੀ ਹੁਕਮ ਨੂੰ ਫੋਲੋ ਕਰਦਾ ਹੈ, ਰੱਬੀ ਗੁਣਾਂ ਨੂੰ ਫੋਲੋ ਕਰਦਾ ਹੈ, ਸੱਚ ਦੇ ਮਾਰਗ ਨੂੰ ਫੋਲੋ ਕਰਦਾ ਹੈ, ਤੇ ਦੂਜਿਆਂ ਨੂੰ ਵੀ ਉਹ ਸੱਚ ਦੇ ਰਾਹ ਤੇ ਤੁਰਦਾ ਹੈ। ਦੂਜਿਆਂ ਨੂੰ ਵੀ ਉਹ ਕਹਿੰਦਾ ਕਿ ਤੁਸੀਂ ਹੁਕਮ ਰਜ਼ਾ ਦੇ ਵਿੱਚ ਤੁਰੋ, ਤੁਸੀਂ ਰੱਬੀ ਗੁਣਾਂ ਦੇ ਧਾਰਨੀ ਹੋਵੋ। ਦੂਜਿਆਂ ਨੂੰ ਵੀ ਇਹ ਉਪਦੇਸ਼ ਦੇਵੇਗਾ। ਤੇ ਜਿਸ ਦੇ ਅੰਦਰ ਝੂਠ ਹੈ, ਜੋ ਲੋਕਾਂ ਨੂੰ ਠੱਗ ਰਿਹਾ ਹੈ, ਉਹ ਦੂਜਿਆਂ ਨੂੰ ਇਹ ਕਹੇਗਾ ਤੁਸੀਂ ਵਰਤ ਰੱਖ ਲਓ, ਨਰਾਤੇ ਕਰ ਲਓ, ਜਪ ਤਪ ਕਰ ਲਓ, ਸਮਾਧੀਆਂ ਲਾ ਲਓ, ਕਿਸੇ ਬਾਬੇ ਦੇ ਡੇਰੇ ਤੇ ਜਾ ਆਓ, ਤੀਰਥਾਂ ਤੇ ਨਾ ਆਓ, ਸਵੇਰੇ ਉੱਠ ਕੇ ਸਮਾਧੀ ਲਾ ਲਿਆ ਕਰੋ। ਉਹ ਇਹੋ ਜਿਹੇ ਕੰਮ ਦੱਸੇਗਾ, ਕਿਉਂਕਿ ਆਪਣੇ ਅੰਦਰ ਝੂਠ ਹੈ, ਲੋਕਾਂ ਨੂੰ ਵੀ ਝੂਠ ਦੇ ਨਾਲ ਜੋੜੇਗਾ। ਪਰ ਜਿਸ ਦੇ ਅੰਦਰ ਸੱਚ ਹੈ, ਜੋ ਸੱਚ ਬੋਲਦਾ ਸੁਣਦਾ ਹੈ, ਉਹ ਦੂਜਿਆਂ ਨੂੰ ਵੀ ਸੱਚ ਦੇ ਰਾਹ ਤੇ ਤੋਰੇਗਾ ਕਿ ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋ ਭਾਈ, ਰੱਬੀ ਗੁਣਾਂ ਦੇ ਧਾਰਨੀ ਹੋ, ਰੱਬੀ ਰਜਾ ਦੇ ਅੰਦਰ ਤੁਰੋ। ਹੁਣ ਗੁਰਦੇਵ ਕਹਿੰਦੇ ਨੇ, ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ, ਛੱਪੜ ਨਾਤੈ ਸਗਵੀਂ ਮਲ ਲਾਏ। ਛੱਪੜ ਦਾ ਮਤਲਬ ਛੱਪੜੀ ਵਿੱਚ। ਹੁਣ ਜੇ ਤੇ ਅੱਗੇ ਤੀਰਥ ਹੋਵੇ ਤਾਂ ਤੇ ਮਲ ਲਏਗੀ, ਤੇ ਜੇ ਅੱਗੇ ਛੱਪੜੀ ਹੋਏ ਤੇ ਮੈਲ ਹੋਰ ਲੱਗੇਗੀ ਨਾ। ਇੱਥੇ ਤੀਰਥ ਦਾ ਮਤਲਬ ਹੈ ਦਰਿਆ, ਖੁੱਲਾ ਪਾਣੀ, ਸਾਫ਼ ਪਵਿੱਤਰ ਪਾਣੀ, ਸਾਫ਼ ਸੁਥਰਾ ਪਾਣੀ। ਜੇ ਤੇ ਅੱਗੇ ਸਾਫ਼ ਸੁਥਰਾ ਪਾਣੀ ਹੈ ਫਿਰ ਤਾਂ ਮੈਲ ਲੈ ਜਾਏਗੀ, ਤੇ ਜੇ ਕਿਸੇ ਛੱਪੜੀ ਵਿੱਚ ਵੜ ਜਾਏ, ਗੰਦੀ ਛੱਪੜੀ ਵਿੱਚ, ਤੇ ਮੈਲ ਸਗੋਂ ਹੋਰ ਲੱਗ ਜਾਏਗੀ ਨਾ। ਹੁਣ ਇੱਥੇ ਨਾ ਤੀਰਥ ਕਿਸ ਨੂੰ ਕਿਹਾ ਜਾ ਰਿਹਾ ਹੈ ਔਰ ਛੱਪੜ ਕਿਸ ਨੂੰ ਕਿਹਾ ਜਾ ਰਿਹਾ ਹੈ, ਇਹ ਅਗਲੀ ਪੰਕਤੀ ਦੇ ਅੰਦਰ ਸਪਸ਼ਟ ਹੋ ਜਾਏਗਾ। ਕਿਉਂਕਿ ਕਈ ਇੱਥੇ ਕਹਿ ਸਕਦੇ ਨੇ ਕਿ ਗੁਰੂ ਜੀ ਇੱਥੇ ਤੀਰਥਾਂ ਦੀ ਪ੍ਰੋੜਤਾ ਕਰ ਰਹੇ ਨੇ ਕਿ ਤੀਰਥਾਂ ਤੇ ਨਾਤਿਆਂ ਮੈਲ ਲੈ ਜਾਂਦੀ ਹੈ। ਤੀਰਥ ਦੇ ਉੱਤੇ ਅੱਗੇ ਚੱਲ ਕੇ ਪੰਕਤੀ ਦੇ ਅੰਦਰ ਦੱਸਣਗੇ ਵੀ ਤੀਰਥ ਵਾਸਤਵ ਵਿੱਚ ਹੈ ਕੀ ਹੈ। ਇੱਥੇ ਸਿਰਫ ਇੰਨੀ ਗੱਲ ਹੈ ਕਿ ਤੀਰਥ ਦਾ ਮਤਲਬ ਜੇ ਖੁੱਲਾ ਸਾਫ਼ ਪਾਣੀ ਹੈ, ਉਹਦੇ ਵਿੱਚ ਨਹਾਓਗੇ ਤਾਂ ਮੈਲ ਉਤਰ ਜਾਏਗੀ, ਮਿੱਟੀ ਕੱਟਾ ਜੋ ਵੀ ਲੱਗਾ ਹੈ ਸਰੀਰ ਨੂੰ ਲੱਥੇਗਾ। ਤੇ ਜੇ ਅੱਗੇ ਛੱਪੜ ਹੈ, ਪਿੰਡ ਦਾ ਕੋਈ ਗੰਦਾ ਪਾਣੀ ਹੈ, ਗੰਦਾ ਚਲਾ ਹੈ, ਜੇ ਉਹਦੇ ਵਿੱਚ ਕੋਈ ਵੜੇਗਾ ਤਾਂ ਚਿੱਕੜ ਦੇ ਨਾਲ ਲਿਬੜ ਜਾਏਗਾ, ਹੋਰ ਲਿਬੜ ਜਾਏਗਾ। ਇਸੇ ਤਰ੍ਹਾਂ ਜੇ ਕੋਈ ਆਗੂ ਆਪ ਸੱਚ ਨਾਲ ਜੁੜਿਆ ਹੈ, ਦੂਜਿਆਂ ਨੂੰ ਸੱਚ ਦੇ ਨਾਲ ਜੋੜੇਗਾ, ਸੱਚ ਦੇ ਨਾਲ ਜੁੜਿਆ ਸਾਡੀ ਅੰਦਰ ਦੀ ਮੈਲ ਉਤਰੇਗੀ। ਤੇ ਜੇ ਅਸੀਂ ਕਿਸੇ ਛੱਪੜੀ ਦੇ ਵਿੱਚ ਜਾ ਵੜੇ, ਪਖੰਡੀ ਦੇ ਕੋਲ ਜਾ ਵੜੇ, ਤੇ ਪਖੰਡਾਂ ਦੀ ਮੈਲ ਲੱਗ ਜਾਏਗੀ। ਅਗਲੀ ਪੰਕਤੀ ਵਿੱਚ ਹੁਣ ਦੱਸ ਰਹੇ ਨੇ ਵੀ ਤੀਰਥ ਕੌਣ ਹੈ। ਤੀਰਥ ਪੂਰਾ ਸਤਿਗੁਰੂ, ਜੋ ਅਨਦਿਨ ਹਰ ਹਰ ਨਾਮ ਤੇ ਆਏ। ਜੋ ਪੂਰਾ ਗੁਰੂ ਹੈ ਨਾ, ਅਸਲ ਤੀਰਥ ਗੁਰੂ ਹੈ। ਗੁਰੂ ਜਿਹੜਾ ਹੈ ਹਰੀ ਨਾਮ ਦੇ ਨਾਲ ਜੁੜਿਆ ਹੋਇਆ ਹੈ, ਰੱਬੀ ਹੁਕਮ ਦੇ ਅੰਦਰ ਜੁੜਿਆ ਹੋਇਆ ਹੈ, ਔਰ ਗੁਰੂ ਸਾਨੂੰ ਰੱਬੀ ਹੁਕਮ ਦੀ ਸੂਝ ਦਿੰਦਾ ਹੈ। ਤਾਂ ਇੱਥੇ ਹੁਣ ਆਟੋਮੈਟਿਕਲੀ ਇੱਕ ਗੱਲ ਸਪਸ਼ਟ ਹੋ ਜਾਣੀ ਹੈ ਵੀ ਤੀਰਥ ਜੇ ਪੂਰਾ ਸਤਿਗੁਰੂ ਤੀਰਥ ਹੈ, ਤੇ ਫਿਰ ਛੱਪੜ ਕੀ ਹੈ? ਗੰਦੇ ਟੋਭੇ, ਗੰਦੀਆਂ ਛੱਪੜੀਆਂ। ਜਿੰਨੇ ਵੀ ਕਰਮਕਾਂਡ ਕਰਨ ਵਾਲੇ ਜਾਂ ਕਰਮਕਾਂਡ ਨੇ, ਉਹ ਛੱਪੜ ਹੀ ਨੇ। ਜੇ ਉਹਨਾਂ ਦੇ ਵਿੱਚ ਨਹਾਓਗੇ ਤਾਂ ਤੁਹਾਨੂੰ ਮੈਲ ਲੱਗੇਗੀ, ਚਿੱਕੜ ਲੱਗੇਗਾ। ਚਿੱਕੜ ਦਾ ਮਤਲਬ ਇਹ ਨਹੀਂ ਕਿ ਸਰੀਰ ਤੇ ਚਿੱਕੜ ਲੱਗੇਗਾ। ਚਿੱਕੜ ਦਾ ਮਤਲਬ ਜੋ ਤੁਹਾਡੀ ਮੈਂਟੈਲਿਟੀ ਹੈ, ਮਾਨਸਿਕਤਾ ਹੈ, ਸੋਚ ਹੈ, ਉਹਦੇ ਅੰਦਰ ਨੈਗੇਟਿਵਿਟੀ ਆ ਜਾਏਗੀ। ਉਸ ਸੋਚ ਦੇ ਅੰਦਰ ਕਰਮਕਾਂਡ ਆ ਜਾਣਗੇ, ਉਹ ਸੋਚ ਦੇ ਅੰਦਰ ਸਾਡੇ ਪਾਪ ਵਿਕਾਰ ਆ ਜਾਣਗੇ। ਆ ਜਿੰਨੇ ਵੀ ਲੋਕ ਧਰਮ ਦੇ ਨਾਮ ਤੇ ਕਰਮਕਾਂਡ ਕਰ ਰਹੇ ਨੇ, ਇਹ ਆਪਣੇ ਆਪ ਪੈਦਾ ਨਹੀਂ ਹੋਏ, ਇਹ ਕਿਸੇ ਦੇ ਪੈਦਾ ਕੀਤੇ ਹੋਏ ਨੇ, ਔਰ ਉਹਨਾਂ ਨੇ ਅੱਗੇ ਪ੍ਰਚਾਰੇ ਨੇ, ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ। ਉਹਨਾਂ ਚੀਜ਼ਾਂ ਨੂੰ ਪ੍ਰਚਾਰਦਾ ਰਹਿੰਦਾ, ਪ੍ਰਸਾਰਦਾ ਰਹਿੰਦਾ। ਜਿਵੇਂ ਅਸੀਂ ਆ ਦੇਖਦੇ ਹਾਂ ਇੰਡੀਆ ਦੇ ਅੰਦਰ, ਤੁਸੀਂ ਕਦੇ ਜਾਂਦੇ ਹੋ ਨਾ ਜਦੋਂ ਪੰਜਾਬ ਸਾਈਡ ਨੂੰ, ਤੇ ਅੰਬਾਲੇ ਔਰ ਸ਼ਾਹਬਾਦ ਦੇ ਵਿਚਕਾਰ ਦੇ ਇੱਕ ਪੀਰ ਹੈ, 9 ਗਜਾ ਪੀਰ ਕਹਿੰਦੇ ਨੇ। ਤੇ ਉੱਥੇ ਇੰਨਾ ਰਸ਼ ਹੁੰਦਾ ਹੈ, ਸਾਰੇ ਜਿਹੜੇ ਟਰੱਕਾਂ ਵਾਲੇ ਨੇ ਉੱਥੇ ਰੋਕ ਕੇ ਲੰਘਦੇ ਨੇ ਆਮ ਕਰਕੇ। ਉਹਨਾਂ ਦੇ ਮਨ 'ਚ ਵਹਿਮ ਬੈਠਾ ਕਿ ਇੱਥੇ ਨਾ ਰੁਕੇ ਤੇ ਐਕਸੀਡੈਂਟ ਹੋ ਜਾਏਗਾ। ਤੇ ਖਾਸ ਕਰਕੇ ਉੱਥੇ ਲੋਕ ਨਾ ਘੜੀਆਂ ਟਾਈਮ ਪੀਸ ਚੜਾਉਂਦੇ ਨੇ। ਮੈਂ ਉੱਥੋਂ ਲੰਘਦਾ ਰਹਿਣਾ ਆਮ ਸੜਕ ਤੋਂ, ਥੱਲੇ ਜਾ ਕੇ ਤੇ ਮੈਂ ਕਦੇ ਨਹੀਂ ਦੇਖਿਆ, ਲੇਕਿਨ ਉੱਥੇ ਉਹ ਦੱਸਦੇ ਨੇ ਜਿਹੜੇ ਜਾਂਦੇ ਥੱਲੇ ਕਿ ਘੜੀਆਂ ਵਗੈਰਾ ਲੋਕ ਚੜਾਉਂਦੇ ਨੇ। ਤੇ ਦੇਖੋ ਦੁਕਾਨ ਤੇ ਹੈ,
ਕਿ ਉੱਥੇ ਇੱਕ ਪੁਲ ਵੱਖਰਾ ਬਣਾਉਣਾ ਪੈ ਗਿਆ। ਉੱਥੇ ਟਰੱਕ ਵਗੈਰਾ ਲੋਕੀ ਖਿਲਾਰ ਦਿੰਦੇ, ਐਕਸੀਡੈਂਟ ਹੁੰਦੇ ਸੀ। ਹੁਣ ਇੱਕ ਨੇ ਕਿਹਾ ਕਿ ਜੇ ਇੱਥੇ ਪੀਰ ਦੇ ਉੱਤੇ ਨਾ ਕੋਈ ਚੀਜ਼ ਚੜਾਈ ਤੇ ਐਕਸੀਡੈਂਟ ਹੋ ਜਾਏਗਾ। ਦੂਜੇ ਨੇ ਦੱਸਿਆ, ਤੀਜੇ ਨੇ, ਲੋਕੀ ਉੱਥੇ ਭੀੜ ਲੱਗਣ ਲੱਗ ਗਈ। ਇਹ ਵਹਿਮ ਫੈਲ ਗਿਆ ਨਾ। ਜਦੋਂ ਕਿ ਇੱਕ ਵਹਿਮ ਹੈ, ਕੋਈ ਕਬਰ ਮੜੀ ਦੇ ਅੰਦਰ ਕੋਈ ਤਾਕਤ ਨਹੀਂ, ਕੋਈ ਭੂਤ ਪ੍ਰੇਤ ਨਹੀਂ ਜਿਹੜਾ ਸਾਨੂੰ ਖਰਾਬ ਕਰ ਸਕੇ, ਕੋਈ ਐਸਾ ਪੀਰ ਨਹੀਂ ਜਿਹੜਾ ਐਕਸੀਡੈਂਟ ਕਰਾ ਸਕੇ। ਜੇ ਹੁਣ ਫੜ ਕੇ ਐਕਸੀਡੈਂਟ ਕਰਾਏਗਾ ਤਾਂ ਪੀਰ ਦੀਆਂ ਵੀ ਲੱਤਾਂ ਬਾਹਾਂ ਤੇ ਟੁੱਟਣਗੀਆਂ ਨਾ ਵਿੱਚ। ਲੇਕਿਨ ਲੋਕਾਂ ਦੇ ਅੰਦਰ ਵਹਿਮ ਫੈਲ ਜਾਂਦਾ ਹੈ, ਔਰ ਐਸੇ ਕਿੰਨੇ ਸਾਰੇ ਵਹਿਮ ਫੈਲੇ ਨੇ। ਆ ਤੁਸੀਂ ਦੇਖਿਆ ਹੋਣਾ ਇੱਕ ਫੋਟੋ ਤੁਹਾਡੇ ਕੋਲ ਵੀ WhatsApp ਤੇ ਆਈ ਹੋਣੀ, ਜਿਹਦੇ ਥੱਲੇ ਲਿਖਿਆ ਵੀ ਕੋਈ ਬੰਦਾ ਜਾ ਰਿਹਾ ਸੀ ਆਪਣਾ ਮਿਲਣ ਲਈ ਕਿਤੇ, ਤੇ ਉਹਦੀ ਜੁੱਤੀ ਟੁੱਟ ਗਈ, ਤੇ ਉਹ ਜੁੱਤੀ ਜਿਹੜੀ ਰੁੱਖ ਤੇ ਲਟਕਾ ਗਿਆ ਕਿ ਜਾਂਦਾ ਲੈ ਜਾਗਾ, ਤੇ ਨਾਲ ਲਿਖ ਗਿਆ ਵੀ ਇਹ ਰੁੱਖ ਦੇ ਉੱਤੇ ਜਿਹੜਾ ਜੁੱਤੀ ਲਟਕਾਏਗਾ ਉਹਦੀ ਮਨੋਕਾਮਨਾ ਪੂਰੀ ਹੋਏਗੀ। ਲਿਖ ਤੇ ਇਸੇ ਕਰਕੇ ਗਿਆ ਵੀ ਵਾਪਸ ਆਵਾਂਗਾ ਤੇ ਲੈ ਜਾਵਾਂਗਾ, ਤੇ ਆਣ ਕੇ ਜਦੋਂ ਦੁਬਾਰਾ 4 ਦਿਨ ਬਾਅਦ ਵੇਖਿਆ ਤੇ ਜੁੱਤੀਆਂ ਹੀ ਜੁੱਤੀਆਂ ਲਟਕੀਆਂ, ਸਾਰੇ ਰੁੱਖ ਤੇ ਲੋਕਾਂ ਨੇ ਜੁੱਤੀਆਂ ਲਟਕਾਈਆਂ। ਤੇ ਐਸੇ ਵਹਿਮ ਲੋਕਾਂ ਦੇ ਅੰਦਰ ਪੈ ਨੇ, ਔਰ ਇਹਨਾਂ ਦੇਸ਼ਾਂ ਦੇ ਵਿੱਚ ਵੀ ਨੇ। ਮੈਂ ਪਿੱਛੇ ਤੇ ਜਰਮਨ ਗਿਆ ਸੀ, ਤੇ ਉੱਥੇ ਇੱਕ ਨਾ ਨਦੀ ਦਾ ਪੁਲ ਹੈ, ਚਾਬੀਆਂ ਬਹੁਤ ਸਾਰੀਆਂ ਉੱਥੇ, ਜੰਦਰੇ ਜਿਹੜੇ ਨੇ ਨਾ ਮਾਰੇ ਨੇ ਲੋਕਾਂ ਨੇ, ਜੰਦਰੇ ਪੁਲ ਦੇ ਉੱਤੇ, ਨਿੱਕੀਆਂ ਨਿੱਕੀਆਂ ਜੰਦਰੀਆਂ, ਵੱਡੇ ਵੱਡੇ ਜੰਦਰੇ, ਇੰਨੇ ਸਾਰੇ ਜੰਦਰੇ ਕਿ ਬਹੁਤ ਜ਼ਿਆਦਾ। ਮੈਂ ਕਿਹਾ ਵੀ ਆ ਇਹਨੇ ਜੰਦਰੇ ਕਿਉਂ ਮਾਰੇ ਨੇ? ਕਹਿੰਦੇ ਇੱਥੇ ਮੁੰਡੇ ਕੁੜੀਆਂ ਆਉਂਦੇ ਨੇ ਜਿਨ੍ਹਾਂ ਨੇ ਲਵ ਮੈਰਿਜ ਕਰਾਣੀ ਹੁੰਦੀ ਹੈ, ਤੇ ਉਹ ਇੱਥੇ ਜੰਦਰਾ ਮਾਰ ਕੇ ਤੇ ਚਾਬੀ ਨਦੀ ਵਿੱਚ ਸੁੱਟ ਦਿੰਦੇ ਨੇ। ਤੇ ਇਹ ਸਮਝਦੇ ਨੇ ਕਿ ਸਾਡੀ ਹੁਣ ਮੈਰਿਜ ਜਿਹੜੀ ਹੈ, ਜ਼ਿੰਦਗੀ ਦੀ ਲਾਈਫ ਟੁੱਟੇਗੀ ਨਹੀਂ, ਕਿਉਂਕਿ ਚਾਬੀ ਲੱਭਣੀ ਨਹੀਂ, ਚਾਬੀ ਨਦੀ 'ਚ ਸੁੱਟਤੀ, ਹੁਣ ਜੰਦਰਾ ਪੱਕਾ ਵੱਜ ਗਿਆ। ਵਹਿਮ ਹੀ ਨਾ ਕਿ ਜੇ ਤੁਸੀਂ ਜ਼ਿੰਦਗੀ ਚੱਜ ਨਾਲ ਨਹੀਂ ਨਿਭਾਓਗੇ ਤਾਂ ਐਸੇ ਵਹਿਮ ਅੱਗੇ ਪ੍ਰਚਾਰੇ ਜਾਂਦੇ ਨੇ। ਇਸੇ ਤਰ੍ਹਾਂ ਸਾਡੇ ਬਾਬਿਆਂ ਦੇ ਪ੍ਰਚਾਰੇ ਗਏ ਨੇ ਕਿ ਫਲਾਂ ਬਾਬੇ ਤੋਂ ਸਾਨੂੰ ਮੁੰਡਾ ਹੋਇਆ ਹੈ, ਤਾਂ ਫਿਰ ਅੱਗੇ ਮੁੰਡਿਆਂ ਵਾਲੇ ਹੌਲੀ ਹੌਲੀ ਇੱਕ, ਦੂਜਾ, ਤੀਜਾ, ਚੌਥਾ ਜਿਹੜਾ ਹੈ ਉਹ ਲੋਕ ਤੁਰੇ ਜਾਂਦੇ ਨੇ। ਇਸ ਲਈ ਇਹ ਮੈਲ ਜਿਹੜੀ ਕਿੱਥੋਂ ਲੱਗੀ? ਅਸੀਂ ਛੱਪੜਾਂ ਦੇ ਵਿੱਚ ਵੜੇ, ਤੇ ਇਹ ਕਰਮ ਕਾਂਡਾਂ ਦੀ ਮੈਲ, ਪਿਛਲੀਆਂ ਜਨਮਾਂ ਦੀ ਕਿਸਮਤ, ਤੇ ਦੂਜੀ ਤੀਜੀ ਹੋਰ ਕਈ ਕੁਝ ਸਾਡੇ ਇਹ ਸੰਸਕਾਰ ਪੱਕੇ ਹੋ ਗਏ। ਇਹ ਮੈਲ ਐਵੇਂ ਲੱਗੀ ਸਾਡੀ ਜ਼ਿੰਦਗੀ 'ਚ। ਹੁਣ ਗੁਰੂ ਜੀ ਕਹਿੰਦੇ ਨੇ ਜੇ ਪੂਰੇ ਸਤਿਗੁਰੂ ਦੇ ਨਾਲ ਜੁੜੋਗੇ ਨਾ, ਤਾਂ ਤੁਹਾਡਾ ਜੀਵਨ ਦਾ ਜਿਹੜਾ ਬੇੜਾ ਹੈ ਪਾਰ ਹੋ ਜਾਏਗਾ। ਇਸ ਲਈ ਤੀਰਥ ਕੌਣ ਹੈ? ਤੀਰਥ ਪੂਰਾ ਸਤਿਗੁਰੂ। ਹੋਰ ਕਿਸੇ ਤੀਰਥ ਤੇ ਮੈਲ ਨਹੀਂ ਲੈਂਦੀ ਪਾਪਾਂ। ਗੁਰੂ ਜੀ ਨੇ ਹੋਰ ਥਾਂ ਬਚਨ ਕੀਤਾ ਹੈ। ਗੁਰੂ ਜੀ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਤੀਰਥਾਂ ਤੇ ਨਹੀਂ ਜਾਂਦੇ? ਗੁਰੂ ਜੀ ਕਹਿੰਦੇ ਜਾਣਾ। ਕਹਿੰਦੇ ਤੁਹਾਨੂੰ ਵੇਖਿਆ ਤੇ ਕਿਤੇ ਨਹੀਂ, ਕਿਹੜੇ ਤੀਰਥ ਤੇ ਜਾਂਦੇ ਹੋ? ਤੇ ਗੁਰੂ ਜੀ ਕਹਿੰਦੇ ਨੇ ਤੀਰਥ ਨਾਮਨ ਜਾਉ, ਤੀਰਥ ਨਾਮ ਹੈ। ਮੈਂ ਤੀਰਥ ਤੇ ਨਹਾਉਣਾ, ਪਰ ਉਹ ਨਾਮ ਦਾ ਤੀਰਥ ਹੈ, ਰੱਬੀ ਰਜਾ ਦੇ ਵਿੱਚ ਤੁਰਨਾ। ਰੱਬੀ ਰਜਾ ਵਿੱਚ ਤੁਰ ਕੇ ਆਪਣੀ ਮਾਨਸਿਕਤਾ ਦੀ ਮੈਲ ਨੂੰ ਦੂਰ ਕੀਤਾ ਹੈ। ਅਸਲ ਤੀਰਥ ਹੈ ਗੁਰੂ, ਅਸਲ ਤੀਰਥ ਹੈ ਗੁਰੂ ਦਾ ਗਿਆਨ, ਅਸਲ ਤੀਰਥ ਹੈ ਰੱਬੀ ਰਜਾ ਦੇ ਵਿੱਚ ਤੁਰਨਾ। ਉਹ ਆਪ ਛੁੱਟਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛੜਾਏ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਂਦਾ ਹੈ, ਉਹ ਕੁਟੰਬ ਸਮੇਤ ਆਪ ਵੀ ਛੁੱਟ ਜਾਂਦਾ ਹੈ। ਤੇ ਗੁਰੂ ਜਿਹੜਾ ਹੈ ਉਹ ਹਰੀ ਨਾਮ ਦੀ ਦਾਤ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਛੁਡਾਉਂਦਾ ਹੈ। ਹੁਣ ਗੁਰੂ ਦੇ ਚਰਨਾਂ ਵਿੱਚ ਜਦੋਂ ਅਸੀਂ ਜਾਵਾਂਗੇ ਤਾਂ ਸਾਨੂੰ ਗੁਰੂ ਨਾਮ ਦੀ ਦਾਤ ਦੇਵੇਗਾ। ਹੁਣ ਨਾਮ ਦਾ ਮਤਲਬ ਇਹ ਨਹੀਂ ਕਿ ਜਿਵੇਂ ਦੇਹਧਾਰੀ ਗੁਰੂ ਦਿੰਦੇ ਨੇ ਨਾਮ ਕੰਨ ਦੇ ਵਿੱਚ, ਤੇ ਫਿਰ ਕਹਿੰਦੇ ਨੇ ਨਾਮ ਕਿਸੇ ਨੂੰ ਨਾ ਦੱਸਣਾ ਨਹੀਂ, ਵੀ ਤੁਹਾਡੇ ਕੰਨ ਦੇ ਵਿੱਚ ਕੀ ਕਿਹਾ ਹੈ ਦੱਸਣਾ ਨਹੀਂ। ਪੁੱਛੀਏ ਨਾ ਵੀ ਦੂਜੇ ਨੂੰ ਦੱਸਣਾ ਕਿਉਂ ਨਹੀਂ, ਤੇ ਫਿਰ ਉਹ ਕਹਿੰਦੇ ਨੇ ਨਾਮ ਦੀ ਸ਼ਕਤੀ ਘਟ ਜਾਂਦੀ ਹੈ। ਜੇ ਦੂਜੇ ਨੂੰ ਨਾਮ ਦੱਸੋਗੇ ਤੇ ਨਾਮ ਦੀ ਸ਼ਕਤੀ ਘਟ ਜਾਏਗੀ। ਬੰਦਾ ਪੁੱਛੇ ਵੀ ਟਾਰਚ ਹੈ ਵੀ ਜਿਹੜੀ ਬਾਰ-ਬਾਰ ਜਗਾਉਣ ਦੇ ਨਾਲ ਉਹ ਸੈੱਲ ਖਤਮ ਹੋ ਜਾਏਗਾ ਨਾਮ ਦਾ। ਨਾਮ ਤਾਂ ਦੱਸਣ ਦੇ ਨਾਲ ਸਗੋਂ ਦੂਜੇ ਦਾ ਪਾਰ ਉਤਾਰਾ ਹੋਣਾ ਚਾਹੀਦਾ, ਪਰ ਉਹ ਕਹਿ ਰਹੇ ਨੇ ਨਾਮ ਦੀ ਸ਼ਕਤੀ ਘਟ ਜਾਏਗੀ। ਅਸਲ ਦੇ ਅੰਦਰ ਤਾਂ ਕਰਕੇ ਕਿਹਾ ਜਾਂਦਾ ਹੈ ਕਿ ਲੋਕਾਂ ਨੂੰ ਪਤਾ ਨਾ ਲੱਗ ਜਾਏ ਵੀ ਦੱਸ ਤੇ ਕੀ ਨੇ ਤੇ ਕਰਦੇ। ਨਾਮ ਦਾ ਮਤਲਬ ਹੈ ਹੁਕਮ। ਤਾਂ ਗੁਰੂ ਸਾਨੂੰ ਹੁਕਮ ਦੀ ਦਾਤ ਦਿੰਦਾ ਹੈ, ਗਿਆਨ ਦੀ ਦਾਤ ਦਿੰਦਾ ਹੈ। ਗੁਰੂ ਸਾਨੂੰ ਗਿਆਨ ਦੀ ਦਾਤ ਦਿੰਦਾ ਹੈ, ਹੁਕਮ ਦੀ ਸੂਝ ਬਖਸ਼ਦਾ ਹੈ, ਤੇ ਉਸ ਹੁਕਮ ਦੇ ਨਾਲ ਸਾਡੇ ਪਰਿਵਾਰ ਨੂੰ ਵੀ ਛੁਡਾ ਦਿੰਦਾ ਹੈ। ਗੁਰੂ ਆਪ ਵੀ ਪਰਿਵਾਰ ਸਮੇਤ ਛੁੱਟਿਆ ਹੈ, ਔਰ ਗੁਰੂ ਨਾਮ ਦੀ ਦਾਤ ਦੇ ਕੇ, ਹੁਕਮ ਦੀ ਦਾਤ ਦੇ ਕੇ, ਗਿਆਨ ਦੀ ਦਾਤ ਦੇ ਕੇ ਸੰਸਾਰ ਨੂੰ ਵੀ ਛੁਡਾਉਂਦਾ ਹੈ।
ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਗਿਆਨ ਦੀ ਦਾਤ ਦਿੱਤੀ ਹੈ। ਧੰਨ ਗੁਰੂ ਅੰਗਦ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਿਆਨ ਦੀ ਦਾਤ ਦਿੱਤੀ ਹੈ ਨਾ। ਆਪ ਸੰਸਾਰ ਵਿੱਚ ਜ਼ਿੰਦਗੀ ਜੀਵੇ ਨੇ, ਆਪ ਉਹਨਾਂ ਨੇ ਬਲਿਦਾਨ ਦਿੱਤਾ ਹੈ, ਸ਼ਹੀਦੀ ਦਿੱਤੀ ਹੈ ਹਿਊਮਨ ਰਾਈਟਸ ਵਾਸਤੇ। ਆਪਣੇ ਬੱਚੇ ਵੀ ਕੁਰਬਾਨ ਕਰਾ ਦਿੱਤੇ ਨੇ ਕਿ ਕਿਸੇ ਦੇ ਬੱਚਿਆਂ ਨੂੰ ਸੁਖ ਸ਼ਾਂਤੀ ਮਿਲ ਸਕੇ। ਤਾਂ ਪੂਰਾ ਗੁਰੂ ਜਿਹੜਾ ਹੈ ਉਹ ਹੈ ਅਸਲ ਤੀਰਥ। ਜਨ ਨਾਨਕ ਤਿਸ ਬਲਿਹਾਰ ਨੇ ਜੋ ਆਪ ਜਪੈ ਅਵਰਾਂ ਨਾਮ ਜਪਾਏ। ਜਪਾਏ ਦਾ ਮਤਲਬ ਹੁੰਦਾ ਹੈ, ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਔਰ ਗਿਆਨ ਦੀ ਦਾਤ ਦੇਣੀ, ਜਨਾਣਾ, ਜਾਣਨਾ ਔਰ ਜਨਾਉਣਾ। ਗੁਰੂ ਜੀ ਕਹਿੰਦੇ ਨੇ ਮੈਂ ਉਸ ਤੋਂ ਬਲਿਹਾਰ ਹਾਂ, ਵਾਰ ਨੇ ਸਦਕੇ ਹਾਂ, ਜੋ ਆਪ ਜਪੈ, ਜਿਹੜਾ ਆਪ ਹੁਕਮ ਬਾਰੇ ਸੂਝ ਪ੍ਰਾਪਤ ਕਰਦਾ ਹੈ, ਜਾਣਕਾਰੀ ਹਾਸਲ ਕਰਦਾ ਹੈ, ਗਿਆਨ ਹਾਸਲ ਕਰਦਾ ਹੈ, ਰੱਬੀ ਹੁਕਮ ਵਿੱਚ ਤੁਰਦਾ ਹੈ। ਅਵਰਾ ਨਾਮ ਜਪਾਏ ਤੇ ਦੂਜਿਆਂ ਨੂੰ ਵੀ ਹੁਕਮ ਦੀ ਸੂਝ ਦਿੰਦਾ ਹੈ, ਹੁਕਮ ਬਾਰੇ ਜਾਣਕਾਰੀ ਦਿੰਦਾ ਹੈ, ਹੁਕਮ ਦੇ ਅੰਦਰ ਚੱਲਣ ਦੀ ਪ੍ਰੇਰਨਾ ਕਰਦਾ ਹੈ। ਆਪ ਵੀ ਰੱਬੀ ਗੁਣਾਂ ਦਾ ਧਾਰਨੀ ਹੈ ਤੇ ਦੂਜਿਆਂ ਨੂੰ ਵੀ ਰੱਬੀ ਗੁਣਾਂ ਦੇ ਧਾਰਨੀ ਹੋਣ ਦੀ ਸਿੱਖਿਆ ਦੇ ਰਿਹਾ ਹੈ। ਹੁਣ ਅੱਗੇ ਦੱਸਦੇ ਨੇ ਉਹਨਾਂ ਲੋਕਾਂ ਦੀ ਗੱਲ ਜੋ ਰਾਸਤੇ ਤੋਂ ਭੁੱਲੇ ਹੋਏ ਨੇ, ਭਟਕੇ ਹੋਏ ਨੇ, ਔਰ ਕੁਝ ਉਹ ਲੋਕ ਨੇ ਜੋ ਸੱਚੇ ਰਾਹ ਦੇ ਉੱਤੇ ਚੱਲ ਰਹੇ ਨੇ। ਜਿਹੜੇ ਭੁੱਲੇ ਹੋਏ ਨੇ ਉਹ ਕੌਣ ਨੇ? ਇੱਕ ਕੰਦ ਮੂਲ ਚੁਣ ਖਾਹੇ ਵਣਖੰਡ ਵਾਸਾ। ਕੰਦ ਦਾ ਮਤਲਬ ਹੁੰਦਾ ਹੈ ਗਾਜਰ, ਮੂਲੀ, ਗੂੰਗਲੂ, ਜਿਹੜੀ ਚੀਜ਼ ਨਾ ਧਰਤੀ ਦੇ ਵਿੱਚੋਂ ਪੁੱਟੀ ਦੀ ਹੈ, ਜਿਹੜੀ ਚੀਜ਼ ਜ਼ਮੀਨ ਦੇ ਅੰਦਰ ਪੈਦਾ ਹੁੰਦੀ ਹੈ ਉਹਨੂੰ ਕੰਦ ਕਹਿੰਦੇ ਨੇ, ਜੜ। ਜਿਵੇਂ ਮੂਲੀ ਹੈ, ਗਾਜਰ ਹੈ, ਗੂੰਗਲੂ, ਸ਼ਲਗਮ ਵਗੈਰਾ ਨੇ। ਇੱਕ ਕੰਦ ਮੂਲ ਚੁਣ ਖਾਹੇ, ਚੁਣ ਦਾ ਮਤਲਬ ਲੱਭ ਕੇ, ਪੁੱਟ ਕੇ। ਤਾਂ ਕਈ ਲੋਕ ਨੇ, ਐਸੇ ਬਾਬੇ ਨੇ ਜਾਂ ਬੰਦੇ ਨੇ ਜਿਹੜੇ ਗਾਜਰ ਮੂਲੀ ਚੁਣ ਕੇ ਪੁੱਟ ਕੇ ਖਾਂਦੇ ਨੇ। ਵਣਖੰਡ ਵਾਸਾ, ਤੇ ਵਣਖੰਡ ਦਾ ਮਤਲਬ ਜੰਗਲਾਂ ਵਿੱਚ ਰਹਿੰਦੇ ਨੇ। ਗਾਜਰ ਖਾ ਲਈ, ਮੂਲੀ ਖਾ ਲਈ, ਸ਼ਲਗਮ ਖਾ ਲਿਆ, ਹੋਰ ਪੱਤੇ ਵਗੈਰਾ ਛਕ ਲਏ, ਤੇ ਜੰਗਲ ਦੇ ਅੰਦਰ ਹੀ ਵਾਸ ਕਰਦੇ ਨੇ। ਤੇ ਉਹ ਇਸ ਚੀਜ਼ ਨੂੰ ਭਗਤੀ ਸਮਝ ਰਹੇ ਨੇ, ਉਹ ਇਸ ਚੀਜ਼ ਨੂੰ ਧਰਮ ਸਮਝ ਰਹੇ ਨੇ, ਔਰ ਇਹ ਸਮਝ ਰਹੇ ਨੇ ਕਿ ਅਸੀਂ ਇਹ ਕੰਮ ਕਰਕੇ ਰੱਬ ਦੀ ਪ੍ਰਾਪਤੀ ਕਰਾਂਗੇ, ਸਾਨੂੰ ਰੱਬ ਮਿਲੇਗਾ, ਅਸੀਂ ਅੰਨ ਛੱਡਿਆ ਹੈ। ਦੇਖੋ, ਵੈਸੇ ਅੰਨ ਘੱਟ ਖਾਣਾ, ਫਰੂਟ ਖਾਣਾ, ਸਲਾਦ ਖਾਣਾ, ਇਹ ਸਿਹਤ ਵਾਸਤੇ ਠੀਕ ਹੈ। ਇੱਕ ਵੱਖਰੀ ਗੱਲ ਹੈ ਕਿ ਘਰ ਦੇ ਅੰਦਰ ਰਹਿ ਕੇ ਬੰਦਾ ਸਿਹਤ ਵਾਸਤੇ ਸੈਲਡ ਖਾਂਦਾ ਹੈ, ਫਰੂਟ ਖਾਂਦਾ ਹੈ, ਤਾਂ ਸਿਹਤ ਵਾਸਤੇ ਬਹੁਤ ਠੀਕ ਹੈ। ਅੰਨ ਤੋਂ ਬਿਨਾਂ ਬੰਦਾ ਸਾਰੀ ਜ਼ਿੰਦਗੀ ਵੀ ਰਹਿ ਸਕਦਾ ਹੈ। ਇਹ ਮੇਰਾ ਆਪਣਾ ਤਜਰਬਾ ਹੈ, ਕਿਉਂਕਿ ਮੈਂ 8 ਮਹੀਨੇ ਇੱਕ ਵਾਰ ਰੋਟੀ ਨਹੀਂ ਸੀ ਖਾਧੀ ਲਗਾਤਾਰ। 8 ਮਹੀਨੇ ਮੈਂ ਸ਼ਾਇਦ ਤੁਹਾਡੇ ਨਾਲ ਪਹਿਲਾਂ ਵੀ ਵਿਚਾਰ ਸਾਂਝੀ ਕੀਤੀ ਹੈ। 8 ਮਹੀਨੇ ਨਾ ਮੈਂ ਰੋਟੀ ਖਾਧੀ ਸੀ, ਨਾ ਦੁੱਧ ਵਗੈਰਾ, ਨਾ ਚਾਹ, ਨਾ ਕੁਛ, ਸਿਰਫ ਫਰੂਟ ਖਾਇਆ ਸੀ, ਜਾਂ ਫਿਰ ਆ ਜਿਹੜੇ ਸਾਗ ਨੇ, ਕੱਦੂ ਵਗੈਰਾ ਹੈ, ਇਹਨਾਂ ਨੂੰ ਉਬਾਲ ਕੇ ਖਾ ਲੈਣਾ। ਇਹ 1.5 ਮਹੀਨਾ ਮੈਂ ਫਰੂਟ ਵੀ ਨਹੀਂ ਖਾਇਆ, ਸਿਰਫ ਜੂਸ ਪੀਤਾ ਸੀ। ਕੋਈ ਫਿਜ਼ੀਕਲੀ ਪ੍ਰੋਬਲਮ ਸੀ ਇਸ ਕਰਕੇ, ਤੇ ਕੋਈ ਧਰਮੀ ਪਖੰਡ ਕਰਕੇ ਨਹੀਂ। ਤੇ ਉਹਨਾਂ 8 ਮਹੀਨਿਆਂ ਦੇ ਅੰਦਰ, ਉਹਨਾਂ 8 ਮਹੀਨਿਆਂ ਵਿੱਚ ਨਾ ਮੈਨੂੰ ਕੋਈ ਬੁਖਾਰ ਹੋਇਆ, ਨਾ ਜ਼ੁਕਾਮ ਹੋਇਆ, ਨਾ ਕੋਈ ਸਰੀਰਕ ਕਮਜ਼ੋਰੀ ਆਈ, ਸਗੋਂ ਵਾਧੂ ਜਿਹੜਾ ਮਾਸ ਸੀ ਉਹ ਵੀ ਘਟ ਗਿਆ। ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੇਰਾ ਚਸ਼ਮਾ ਸੀ 1.5 ਨੰਬਰ ਦਾ, ਤੇ 1 ਨੰਬਰ ਦਾ ਰਹਿ ਗਿਆ ਸੀ। ਜੇ ਕੋਈ 5-7 ਮਹੀਨੇ ਰੋਟੀ ਹੋਰ ਨਾ ਖਾਂਦਾ, ਨਿਰਾ ਫਰੂਟ, ਤਾਂ ਹੋ ਸਕਦਾ ਚਸ਼ਮਾ ਉਤਰ ਜਾਂਦਾ। ਯਾਨੀ ਜੇ ਤੁਸੀਂ ਸਿਹਤ ਵਾਸਤੇ ਚੀਜ਼ਾਂ ਖਾਂਦੇ ਹੋ ਤਾਂ ਉਹ ਵਧੀਆ ਹੈ, ਲੇਕਿਨ ਇੱਥੇ ਜੰਗਲਾਂ ਦੇ ਅੰਦਰ ਵਾਸ ਕਰਨਾ ਔਰ ਕੰਦ ਮੂਲ ਖਾਣਾ, ਧਰਮ ਸਮਝਣਾ ਕਿ ਅਸੀਂ ਰੱਬ ਨੂੰ ਪਾਲਾਂਗੇ ਐਵੇਂ, ਉਹ ਪਖੰਡ ਹੈ। ਇੱਥੇ ਉਸ ਪਖੰਡ ਦੀ ਗੱਲ ਕਰ ਰਿਹਾ ਕਿ ਗ੍ਰਸਤ ਨੂੰ ਛੱਡ ਦੇਣਾ, ਕਿ ਗ੍ਰਸਤੀ ਜੀਵਨ ਤੇ ਦੀ ਬੰਦਸ਼ ਹੈ। ਗ੍ਰਸਤੀ ਲੋਕ ਤਾਂ ਫਸੇ ਨੇ, ਗ੍ਰਸਤੀ ਤੇ ਮੋਹ ਮਾਇਆ ਦੇ ਵਿੱਚ ਫਸੇ ਨੇ, ਜਾਂ ਜਿਹੜੇ ਅੰਨ ਵਗੈਰਾ ਖਾਂਦੇ ਨੇ ਉਹਨਾਂ ਨੂੰ ਰੱਬ ਨਹੀਂ ਮਿਲੇਗਾ। ਇਹ ਸਾਰਾ ਪਖੰਡ ਹੈ। ਇਹ ਕੰਦ ਮੂਲ ਚੁਣ ਖਾਹੇ ਵਣਖੰਡ ਵਾਸਾ। ਦੂਜੇ ਨੇ ਇੱਕ ਭਗਵਾਂ ਵੇਸ਼ ਕਰ ਫਿਰੈ ਜੋਗੀ ਸੰਨਿਆਸਾ। ਕਈ ਲੋਕ ਨੇ ਕੱਪੜੇ ਭਗਵੇਂ ਪਾ ਲਏ ਨੇ, ਜੋਗੀ ਔਰ ਸੰਨਿਆਸੀ ਬਣ ਕੇ ਫਿਰ ਰਹੇ ਨੇ, ਆਪਣੇ ਆਪ ਨੂੰ ਜੋਗੀ ਅਖਵਾ ਰਹੇ ਨੇ, ਕੰਨਾਂ ਵਿੱਚ ਮੁੰਦਰਾਂ ਪਾ ਲਈਆਂ, ਭਗਵੇਂ ਕੱਪੜੇ ਪਾ ਲਏ, ਕਿਸੇ ਨੇ ਚਿੱਟੇ ਪਾ ਲਏ, ਕਿਸੇ ਨੇ ਹੋਰ ਰੰਗ ਦੇ ਪਾ ਲਏ, ਸੰਨਿਆਸੀ ਹੋ ਗਏ, ਜੋਗੀ ਬਣ ਗਏ।
ਸੰਨਿਆਸੀਆਂ ਦੇ ਫਿਰਕੇ ਨੇ ਆਪਣੇ, ਜੋਗੀਆਂ ਦੇ ਫਿਰਕੇ ਨੇ ਆਪਣੇ, ਔਰ ਉਹ ਸਮਝ ਰਹੇ ਨੇ ਕਿ ਇਹ ਧਰਮ ਹੈ, ਐਵੇਂ ਰੱਬ ਮਿਲੇਗਾ। ਪਰ ਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਇਆ ਕਿ ਜੇ ਸਿਰਫ ਕੱਪੜੇ ਬਦਲਣ ਦੇ ਨਾਲ ਰੱਬ ਮਿਲਦਾ ਹੋਵੇ ਤਾਂ ਫਿਰ ਤਾਂ ਬੜਾ ਸੌਖਾ ਕੰਮ ਹੈ। ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈ ਹੈ ਸਤਿਗੁਰ ਕੇ ਉਪਦੇਸ਼। ਰੱਬ ਦੇ ਨਾਲ ਜੁੜਨਾ ਭਗਵੇਂ ਕੱਪੜੇ ਪਾਉਣ ਦੇ ਨਾਲ ਰੱਬ ਨਾਲ ਨਹੀਂ ਜੁੜਿਆ ਜਾਂਦਾ। ਭਗਵੇਂ ਕੱਪੜੇ ਪਾ ਕੇ ਇਨਸਾਨੀਅਤ ਪੈਦਾ ਨਹੀਂ ਹੁੰਦੀ, ਮੈਲਾ ਵੇਸ਼ ਧਾਰਨ ਕਰਕੇ ਇਨਸਾਨੀਅਤ ਪੈਦਾ ਨਹੀਂ ਹੁੰਦੀ। ਅਸੀਂ ਪਿਛਲੇ ਸ਼ਬਦਾਂ ਵਿੱਚ ਵਿਚਾਰ ਚੁੱਕੇ ਹਾਂ। ਤਾਂ ਗੁਰੂ ਜੀ ਅਗਲਾ ਬਚਨ ਕਰਦੇ ਨੇ, ਅੰਦਰ ਤ੍ਰਿਸ਼ਨਾ ਬਹੁਤ, ਇੱਥੇ ਵਿਸਰਾਮ ਲਗਾਵਾਂਗੇ। ਅੰਦਰ ਤ੍ਰਿਸ਼ਨਾ ਬਹੁਤ, ਛਾਦਨ ਭੋਜਨ ਕੀ ਆਸਾ। ਹੁਣ ਕੀ ਕਰ ਰਹੇ ਨੇ ਕਿ ਘਰ ਛੱਡ ਦਿੱਤਾ ਹੈ, ਜੰਗਲ ਵਿੱਚ ਚਲੇ ਗਏ ਨੇ, ਕੰਦ ਮੂਲ ਖਾ ਰਹੇ ਨੇ, ਭਗਵਾਂ ਵੇਸ਼ ਧਾਰਨ ਕਰ ਲਿਆ, ਜੋਗੀ ਔਰ ਸੰਨਿਆਸੀ ਅਖਵਾਰੇ ਨੇ, ਪਰ ਅੰਦਰ ਤ੍ਰਿਸ਼ਨਾ ਬਹੁਤ। ਗੁਰੂ ਜੀ ਕਹਿੰਦੇ ਨੇ ਅੰਦਰ ਤ੍ਰਿਸ਼ਨਾ ਹੈ, ਤ੍ਰਿਸ਼ਨਾ ਨਹੀਂ ਮੁੱਕੀ, ਤ੍ਰਿਸ਼ਨਾ ਨਹੀਂ ਮੁੱਕੀ। ਛਾਦਨ ਭੋਜਨ ਕੀ ਆਸਾ, ਛਾਦਨ ਦਾ ਮਤਲਬ ਕੱਪੜਾ, ਭੋਜਨ ਦਾ ਮਤਲਬ ਖਾਣ ਵਾਲੇ ਪਦਾਰਥ। ਹੁਣ ਕੱਪੜੇ ਔਰ ਭੋਜਨ ਦੀ ਆਸਾ ਹੈ ਕਿ ਕਿੱਥੋਂ ਮਿਲੇ, ਕਿਉਂਕਿ ਕੱਪੜੇ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲਦੀ। ਗਰਮੀ ਸਰਦੀ ਤੋਂ ਬਚਣ ਲਈ ਕੱਪੜਾ ਚਾਹੀਦਾ ਹੈ, ਤਨ ਢੱਕਣ ਵਾਸਤੇ ਕੱਪੜਾ ਚਾਹੀਦਾ ਹੈ, ਖਾਣ ਵਾਸਤੇ ਭੋਜਨ ਚਾਹੀਦਾ ਹੈ। ਹੁਣ ਉਹ ਜੋਗੀ ਸੰਨਿਆਸੀ ਬਣ ਤੇ ਗਏ, ਫਿਰ ਪਿੰਡਾਂ ਵਿੱਚ ਆਉਂਦੇ ਨੇ, ਸ਼ਹਿਰਾਂ ਵਿੱਚ ਆਉਂਦੇ ਨੇ ਤੇ ਲੋਕਾਂ ਦੇ ਘਰਾਂ ਚੋਂ ਮੰਗਦੇ ਨੇ। ਤ੍ਰਿਸ਼ਨਾ ਅੰਦਰ ਸੀ, ਗੱਲ ਤੇ ਸੀ ਵੀ ਦੁਨੀਆ ਵਿੱਚ ਰਹਿ ਕੇ ਅੰਦਰੋਂ ਤ੍ਰਿਸ਼ਨਾ ਨੂੰ ਖਤਮ ਕਰਦੇ, ਕਿਰਤ ਕਰਕੇ ਆਪਣੀਆਂ ਲੋੜਾਂ ਪੂਰੀਆਂ ਕਰਦੇ, ਜਿਵੇਂ ਅਸੀਂ ਜਾਂ ਆਮ ਗ੍ਰਸਤੀ ਲੋਕ ਕਰ ਰਹੇ ਨੇ। ਆਪਣੀ ਲੋੜ ਪੂਰੀ ਕਰਦੇ, ਸੱਚ ਦੇ ਰਾਹ ਤੇ ਤੁਰਦੇ, ਸੰਤੋਖ ਵਿੱਚ ਰਹਿੰਦੇ, ਖੁਸ਼ੀ ਮਾਣਦੇ। ਲੇਕਿਨ ਉਹ ਕੰਮ ਨਹੀਂ ਕੀਤਾ, ਪਰ ਇੱਕ ਵਿਖਾਵਾ ਕੀਤਾ। ਪਰ ਗੁਰੂ ਜੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਕਰਨ ਦੇ ਨਾਲ ਅੰਦਰ ਦੀ ਤ੍ਰਿਸ਼ਨਾ ਨਹੀਂ ਮੁੱਕਦੀ, ਅੰਦਰੋਂ ਲੋੜਾਂ ਜਿਹੜੀਆਂ ਨੇ ਉਹ ਜਾਗਦੀਆਂ ਰਹਿੰਦੀਆਂ ਨੇ। ਤੇ ਉਹਨਾਂ ਨੂੰ ਫਲ ਕੀ ਮਿਲਿਆ? ਬਿਰਥਾ ਜਨਮ ਗਵਾਏ, ਨਾ ਗਿਰਹੀ ਨਾ ਉਦਾਸਾ। ਉਹਨਾਂ ਨੇ ਆਪਣੇ ਜਨਮ ਨੂੰ ਵਿਅਰਥ ਗਵਾ ਲਿਆ, ਬੇਕਾਰ। ਬੇਕਾਰ ਕਿਉਂ ਗਵਾ ਲਿਆ? ਨਾ ਗਿਰਹੀ, ਨਾ ਤੇ ਉਹ ਗ੍ਰਸਤੀ ਰਹਿ, ਕਿਉਂਕਿ ਗ੍ਰਸਤ ਨੂੰ ਛੱਡ ਗਏ ਮਾੜਾ ਸਮਝ ਕੇ, ਦੁਨੀਆ ਨੂੰ ਛੱਡ ਗਏ, ਭੈਣ ਭਰਾਵਾਂ ਨੂੰ, ਮਾਂ-ਬਾਪ ਨੂੰ, ਇਹਨਾਂ ਰਿਸ਼ਤਿਆਂ ਨਾਤਿਆਂ ਦੀ ਅਹਿਮੀਅਤ ਨੂੰ ਨਹੀਂ ਜਾਣਿਆ ਔਰ ਇਹਨਾਂ ਨੂੰ ਛੱਡ ਕੇ ਚਲੇ ਗਏ। ਹੁਣ ਦੇਖੋ, ਇਹ ਪ੍ਰੋਬਲਮ ਸਾਡੀ ਹੈ ਕਿ ਅਸੀਂ ਐਸੇ ਲੋਕਾਂ ਨੂੰ ਸਿਰ ਦੇ ਉੱਤੇ ਬਿਠਾਇਆ ਹੋਇਆ ਹੈ। ਅਸਲੀ ਗੱਲ ਕੀ ਹੈ, ਇਹਨੂੰ ਥੋੜਾ ਜਿਹਾ ਅਸੀਂ ਸਮਝੀਏ। ਸਾਡਾ ਆਪਣਾ ਬੱਚਾ ਜੇ ਕੋਈ ਮਾਂ-ਬਾਪ ਦੀ ਪਰਵਾਹ ਨਾ ਕਰੇ, ਮਾਂ-ਬਾਪ ਦੀ ਗੱਲ ਨਾ ਮੰਨੇ, ਵੱਖਰਾ ਹੋ ਜਾਏ, ਔਰ ਮਾਂ-ਬਾਪ ਦੀ ਪਰਵਾਹ ਨਾ ਕਰੇ, ਭੈਣਾਂ ਦੇ ਨਾਲ ਨਾ ਵਰਤੇ, ਮਾਂ-ਬਾਪ ਨਾਲ ਨਾ ਵਰਤੇ, ਤਾਂ ਤੁਸੀਂ ਉਹਨੂੰ ਕੀ ਕਹੋਗੇ? ਨਕੰਮਾ ਕਹੋਗੇ ਨਾ। ਨਕੰਮਾ ਹੀ ਕਵਾਂਗੇ ਵੀ ਸਾਡਾ ਬੱਚਾ ਨਕੰਮਾ ਨਿਕਲਿਆ। ਅਸੀਂ ਕਵਾਂਗੇ ਵੀ ਨਾ ਹੀ ਜੰਮਦਾ ਤੇ ਠੀਕ ਸੀ, ਜੰਮਦਾ ਹੀ ਮਰ ਜਾਂਦਾ ਠੀਕ ਸੀ। ਇਹ ਲੋਕ ਸ਼ਬਦ ਵਰਤਦੇ ਨੇ। ਤੇ ਦੂਜਿਆਂ ਦਾ ਜਿਹੜਾ ਬੱਚਾ ਹੈ, ਜਿਹੜਾ ਆਪਣੇ ਮਾਂ-ਬਾਪ ਨੂੰ ਛੱਡ ਆਇਆ, ਆਪਣੇ ਮਾਂ-ਬਾਪ ਦੀ ਸਾਰ ਨਹੀਂ ਲੈਂਦਾ, ਆਪਣੇ ਭੈਣਾਂ ਭਰਾਵਾਂ ਨੂੰ ਛੱਡ ਆਇਆ, ਰਿਸ਼ਤੇਦਾਰਾਂ ਨੂੰ ਛੱਡ ਆਇਆ, ਉਹਨੂੰ ਅਸੀਂ ਸੰਤ ਸਮਝ ਕੇ ਮੱਥਾ ਟੇਕ ਰਹੇ ਹਾਂ। ਹੈ ਤੇ ਉਹ ਵੀ ਕਿਸੇ ਦਾ ਬੱਚਾ ਹੀ ਸੀ ਨਾ, ਉਹਦੇ ਵੀ ਮਾਂ ਪਿਓ ਹੈ ਨੇ। ਜੇ ਸਾਡਾ ਬੱਚਾ ਸਾਨੂੰ ਛੱਡ ਜਾਏ, ਸਾਡੀ ਗੱਲਬਾਤ ਨਾ ਮੰਨੇ, ਤੇ ਸਾਡੇ ਵਾਸਤੇ ਉਹ ਨਲਾਇਕ ਹੈ। ਤੇ ਜੇ ਦੂਜੇ ਦਾ ਕਿਸੇ ਦਾ ਬੱਚਾ ਛੱਡ ਕੇ ਲੰਮੇ ਕੱਪੜੇ ਪਾ ਲਵੇ ਤਾਂ ਉਹ ਸਾਡੇ ਵਾਸਤੇ ਸੰਤ ਬਾਬਾ ਹੈ। ਉਲਟਾ ਕੰਮ ਹੋ ਗਿਆ ਨਾ। ਚਾਹੀਦਾ ਤੇ ਇਹ ਵੇ ਕਿ ਉਹਨੂੰ ਵੀ ਨਲਾਇਕ ਆਖੀ ਕਿ ਨਲਾਇਕ ਹੈ, ਇਹਨੇ ਆਪਣੇ ਮਾਂ-ਬਾਪ, ਭੈਣ ਭਰਾਵਾਂ ਦੇ ਫਰਜ਼ ਨੂੰ ਨਹੀਂ ਨਿਭਾਇਆ। ਤਾਂ ਗੁਰੂ ਜੀ ਕਹਿੰਦੇ ਨੇ ਐਸੇ ਲੋਕਾਂ ਨੇ ਆਪਣੀ ਜ਼ਿੰਦਗੀ ਵਿਅਰਥ ਗਵਾਈ ਹੋਈ ਹੈ। ਬਿਰਥਾ ਜਨਮ ਗਵਾਏ, ਨਾ ਗਿਰਹੀ, ਨਾ ਤੇ ਗ੍ਰਸਤੀ ਰਹਿ, ਨਾ ਉਦਾਸਾ, ਨਾ ਉਦਾਸੀ ਰਹਿ, ਤਿਆਗੀ ਵੀ ਨਹੀਂ ਰਹਿ, ਕਿਉਂਕਿ ਤਿਆਗ ਕੁਛ ਕੀਤਾ ਨਹੀਂ। ਜੇ ਹੁਣ ਅਸੀਂ ਇਮਾਨਦਾਰੀ ਨਾਲ ਵੇਖੀਏ ਤਾਂ ਜਿੰਨੇ ਵੀ ਜੋਗੀ ਸੰਨਿਆਸੀ ਨੇ, ਉਹਨਾਂ ਨੇ ਕੀ ਤਿਆਗਿਆ? ਧਿਆਨ ਦੇ ਨਾਲ, ਇਮਾਨਦਾਰੀ ਨਾਲ ਵੇਖਿਓ। ਤੁਹਾਡੇ ਕੋਲ ਵੀ ਘਰ ਹੈ, ਅਸੀਂ ਘਰਾਂ 'ਚ ਰਹਿੰਦੇ ਹਾਂ ਨਾ, ਉਹਨਾਂ ਕੋਲ ਘਰ ਸਾਡੇ ਨਾਲੋਂ ਮਜ਼ਬੂਤ ਨੇ ਡੇਰੇ। ਤੁਹਾਡੇ ਘਰ ਵਿੱਚ ਏਸੀ ਹੈ, ਉਹਨਾਂ ਕੋਲ ਵੀ ਏਸੀ ਹੈ।
ਸਾਡੀ ਬਿਜਲੀ ਚਲੀ ਜਾਏ ਤੇ ਇਨਵਰਟਰ ਤੇ ਸਾਡਾ ਏਸੀ ਨਹੀਂ ਚੱਲਦਾ, ਬਾਬਿਆਂ ਕੋਲ ਵੱਡੇ ਜਨਰੇਟਰ ਨੇ, ਨਾਲ ਦੇ ਨਾਲ ਜਨਰੇਟਰ। ਤੁਹਾਡੇ ਕੋਲ ਕਾਰ ਹੈ ਮਰੂਤੀ, ਉਹਨਾਂ ਕੋਲ 2-2 ਕਰੋੜ ਦੀਆਂ ਕਾਰਾਂ ਨੇ। ਤੁਹਾਡੇ ਕੋਲ ਫੋਨ ਹੈ, ਉਹਨਾਂ ਕੋਲ ਲੇਟੈਸਟ ਮਾਡਲ ਨੇ। ਪਰਫਿਊਮ ਤੁਸੀਂ ਕਦੀ ਲਗਾ ਲੈਂਦੇ ਹੋ? ਇੱਕ ਪਰਫਿਊਮ ਲਾਈਏ ਨਾ, ਸਾਰਾ ਟੱਬਰ ਲਾਉਂਦੇ ਆ, ਤੇ ਜੇ ਕੋਈ ਜ਼ਿਆਦਾ ਲਾਏ ਤਾਂ ਉਹਨੂੰ ਕਵਿਤਾ ਕੀ ਉੱਤੇ ਲਾਈ ਜਾਂਦਾ ਹੈ, ਇਹਨੂੰ ਮੁਕਾ ਕੇ ਛੱਡਣੀ ਅੱਜ। ਤੇ ਬਾਬਿਆਂ ਦੇ ਡੇਰਿਆਂ ਤੇ ਵੇਖੋ ਪਰਫਿਊਮ ਸਭ ਤੋਂ ਕੀਮਤੀ ਮਿਲਣਗੇ, ਤੇ ਤਿਆਗਿਆ ਫਿਰ ਉਹਨਾਂ ਨੇ ਕੀ ਹੈ? ਟੈਲੀਵਿਜ਼ਨ ਤੁਹਾਡੇ ਘਰ ਛੋਟੇ ਨੇ, ਉਹਨਾਂ ਦੇ ਘਰ ਵੱਡੀ ਸਕਰੀਨ ਵਾਲੇ। ਕੇਬਲ ਤੁਹਾਡੇ ਘਰ ਵੀ ਲੱਗੀ ਹੈ, ਬਾਬਿਆਂ ਦੇ ਡੇਰੇ ਤੇ ਵੀ ਲੱਗੀ, ਸਾਰੇ ਚੈਨਲ ਚੱਲ ਰਹੇ ਨੇ, ਫਿਰ ਤਿਆਗਿਆ ਕੀ ਹੈ? ਗੁਰੂ ਜੀ ਕਹਿ ਰਹੇ ਨੇ ਵੀ ਇਹਨਾਂ ਨੇ ਆਪਣਾ ਜੀਵਨ ਬਰਬਾਦ ਕਰ ਲਿਆ, ਨਾ ਤੇ ਗ੍ਰਸਤੀ ਰਹਿ, ਨਾ ਉਦਾਸੀ ਰਹਿ। ਬਿਰਥਾ ਜਨਮ ਗਵਾਏ, ਨਾ ਗਿਰਹੀ ਨਾ ਉਦਾਸਾ, ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ। ਤਾਂ ਇਹ ਕੀ ਨੇ? ਇਹਨਾਂ ਨੂੰ ਗੁਰੂ ਜੀ ਕਹਿੰਦੇ ਨੇ ਛਪੜੀਆਂ। ਜੇ ਅੱਗੇ ਤੀਰਥ ਹੋਵੇ ਤੇ ਮਹਿਲ ਲੱਥੇਗੀ, ਛਪੜੀ ਵਿੱਚ ਨਾ ਹੋਗੇ ਤੇ ਮਹਿਲ ਲੱਗੇਗੀ ਨਾ। ਬਿਰਥਾ ਜਨਮ ਗਵਾਏ, ਨਾ ਗਿਰਹੀ ਨਾ ਉਦਾਸਾ। ਤੇ ਗੁਰੂ ਜੀ ਕਹਿੰਦੇ ਨੇ ਜਮਕਾਲ ਸਿਰੋਂ ਨਾ ਉਤਰੈ, ਤ੍ਰਿਬਿਦ ਮਨਸਾ। ਜਮਕਾਲ ਦਾ ਮਤਲਬ ਆਤਮਿਕ ਮੌਤ, ਤੇ ਤ੍ਰਿਬਿਦ ਦਾ ਮਤਲਬ ਹੈ ਤਿੰਨਾਂ ਗੁਣਾਂ ਵਾਲੀ ਮਾਇਆ। ਮਨਸਾ ਦਾ ਮਤਲਬ ਵਾਸ਼ਨਾ। ਇਹਨਾਂ ਲੋਕਾਂ ਦੇ ਐਸੇ ਜੋ ਲੋਕ ਨੇ, ਉਹਨਾਂ ਦੇ ਜਮਕਾਲ ਸਿਰੋਂ ਨਹੀਂ ਉਤਰਦਾ, ਉਹ ਆਤਮਿਕ ਮੌਤ ਉਹਨਾਂ ਦੇ ਸਿਰ ਦੇ ਉੱਤੇ ਹਮੇਸ਼ਾ ਕੂਕਦੀ ਰਹਿੰਦੀ ਹੈ। ਆਤਮਿਕ ਮੌਤ ਦੀ ਗ੍ਰਿਫਤ ਵਿੱਚ ਰਹਿੰਦੇ ਨੇ, ਕਿਉਂਕਿ ਉਹਨਾਂ ਦੀ ਜੋ ਮਨਸਾ ਹੈ, ਜੋ ਸੋਚ ਹੈ, ਉਹ ਤ੍ਰਿਬਿਦ ਦਾ ਮਤਲਬ ਰਾਜਗੁਣ, ਤਮਗੁਣ, ਸਤਗੁਣ ਵਾਲੀ, ਮਾਇਆ ਵਾਲੀ। ਤੇ ਮਾਇਆ ਦਾ ਮਤਲਬ ਪੈਸਾ ਨਹੀਂ ਹੈ। ਮਾਇਆ ਇੱਕ ਸੋਚ ਦਾ ਨਾਮ ਹੈ, ਜੋ ਸੋਚ ਸਾਨੂੰ ਸਾਰਿਆਂ ਦੇ ਵਿੱਚ ਰੱਬ ਨਹੀਂ ਵੇਖਣ ਦਿੰਦੀ, ਜੋ ਸੋਚ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਜੋ ਸੋਚ ਸਾਨੂੰ ਸੈਲਫਿਸ਼ ਬਣਾਉਂਦੀ ਹੈ, ਉਹ ਸੋਚ ਹੈ। ਤੇ ਜੇ ਸੋਚ ਉਹ ਹੈ, ਤੇ ਐਸੀ ਸੋਚ ਵਾਲਾ ਬੰਦਾ ਤਾਂ ਆਤਮਿਕ ਮੌਤ ਤੇ ਮਰਿਆ ਹੋਏ ਨਾ, ਚਾਹੇ ਉਹ ਗ੍ਰਸਤੀ ਹੈ ਜਾਂ ਉਦਾਸੀ ਹੈ ਜਾਂ ਭਲਾ ਜਾਂ ਅਮੀਰ ਹੈ ਜਾਂ ਗਰੀਬ ਹੈ, ਪੜ੍ਹਿਆ ਹੈ ਜਾਂ ਅਨਪੜ੍ਹ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਹ ਜੋ ਲੋਕ ਗ੍ਰਸਤ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਰਹੇ ਨੇ, ਕੰਦ ਮੂਲ ਖਾ ਰਹੇ ਨੇ, ਜਿਨ੍ਹਾਂ ਨੇ ਜੋਗੀ ਕੱਪੜੇ ਪਾ ਲਏ ਨੇ, ਕੋਈ ਸੰਨਿਆਸੀ ਬਾਬਾ ਹੋ ਗਿਆ ਹੈ, ਕੋਈ ਜੋਗੀ ਅਖਵਾਰਿਆ ਹੈ, ਇਹਨਾਂ ਦੇ ਸਿਰ ਤੋਂ ਜਮਕਾਲ ਨਹੀਂ ਉਤਰਦਾ। ਇਹਨਾਂ ਨੇ ਜ਼ਿੰਦਗੀ ਬੇਕਾਰ ਗਵਾ ਲਈ ਹੈ, ਨਾ ਇਹ ਗ੍ਰਸਤੀ ਰਹੇ ਨੇ, ਨਾ ਉਦਾਸੀ ਰਹੇ ਨੇ, ਮਾਇਆ ਵਾਲੀ ਸੋਚ ਹੈ, ਆਤਮਿਕ ਮੌਤ ਤੇ ਮਰ ਗਏ ਨੇ। ਤਾਂ ਇਹਦਾ ਸੋਲੂਸ਼ਨ ਦੱਸ ਰਹੇ ਨੇ, ਸਹੀ ਰਾਸਤਾ ਕੀ ਹੈ? ਗੁਰਮਤੀ ਇੱਥੇ ਰੁਕਣਾ ਹੈ ਥੋੜਾ ਜਿਹਾ। ਗੁਰਮਤੀ ਕਾਲ ਨਾ ਆਵੇ ਨੇੜੇ, ਨੇੜੇ ਨਹੀਂ ਪੜਨਾ, ਨੇੜੇ ਆਵੇ ਜਾਂ ਹੋਵੇ ਦਾਸਨ ਦਾਸਾ। ਗੁਰਮਤੀ ਕਾਲ ਨਾ ਆਵੇ ਨੇੜੇ, ਜਾਂ ਹੋਵੇ ਦਾਸਨ ਦਾਸਾ। ਗੁਰੂ ਜੀ ਕਹਿੰਦੇ ਨੇ ਜੋ ਮਨੁੱਖ ਗੁਰੂ ਦੀ ਮੱਤ ਦਾ ਧਾਰਨੀ ਹੁੰਦਾ, ਜੋ ਗੁਰੂ ਦੀ ਮੱਤ ਦਾ ਧਾਰਨੀ ਹੁੰਦਾ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜਿੰਦਾ ਹੈ, ਤੇ ਦਾਸਨ ਦਾਸਾ ਦਾ ਮਤਲਬ ਜੋ ਪ੍ਰਭੂ ਦੇ ਸੇਵਕਾਂ ਦਾ ਸੇਵਕ ਹੋ ਜਾਂਦਾ ਹੈ। ਹੁਣ ਚੱਕਰ ਇੱਥੇ ਹੈ ਕਿ ਸਾਡੇ ਅੰਦਰ ਪ੍ਰਚਾਰ ਹੀ ਐਸਾ ਕੀਤਾ ਗਿਆ ਹੈ ਕਿ ਜਦੋਂ ਅਸੀਂ ਕਹਿੰਦੇ ਆ ਨਾ ਦਾਸਨ ਦਾਸਾ, ਤੇ ਫਿਰ ਬਾਬਿਆਂ ਨੇ ਇਹ ਪ੍ਰਚਾਰ ਕਰ ਦਿੱਤਾ ਹੈ ਕਿ ਜੋ ਸੰਤਾਂ ਦੇ ਅੱਗੋਂ ਸੇਵਕਾਂ ਦਾ ਸੇਵਕ ਬਣ ਜਾਂਦਾ ਬਾਬਿਆਂ ਦਾ। ਇੱਥੇ ਦਾਸਨ ਦਾਸਾ ਦਾ ਮਤਲਬ ਜੋ ਰੱਬੀ ਰਜ਼ਾ ਵਿੱਚ ਤੁਰਨ ਵਾਲੇ ਨੇ, ਜੋ ਗੁਰਮਤ ਦੇ ਧਾਰਨੀ ਨੇ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਵਾਲੇ ਨੇ, ਉਹਨਾਂ ਦੇ ਫਿਰ ਕਾਲ ਨੇੜੇ ਨਹੀਂ ਆਉਂਦਾ। ਕਾਲ ਦਾ ਮਤਲਬ ਆਤਮਿਕ ਮੌਤ। ਉਹਨਾਂ ਦੇ ਅੰਦਰੋਂ ਇਨਸਾਨੀਅਤ ਨਹੀਂ ਮਰਦੀ, ਉਹਨਾਂ ਦੀ ਜ਼ਮੀਰ ਨਹੀਂ ਮਰਦੀ, ਉਹਨਾਂ ਦੇ ਅੰਦਰ ਪਸ਼ੂ ਬਿਰਤੀਆਂ ਪੈਦਾ ਨਹੀਂ ਹੁੰਦੀਆਂ, ਉਹਨਾਂ ਦੇ ਨਜ਼ਦੀਕ ਆਤਮਿਕ ਮੌਤ ਨਹੀਂ ਹੁੰਦੀ। ਇਸ ਲਈ ਆਤਮਿਕ ਮੌਤ ਤੋਂ ਬਚਣ ਲਈ, ਦੁੱਖਾਂ ਤੋਂ ਬਚਣ ਲਈ, ਪਰੇਸ਼ਾਨੀਆਂ ਤੋਂ ਬਚਣ ਲਈ, ਖੁਸ਼ੀਆਂ ਭਰਿਆ ਜੀਵਨ ਜੀਣ ਲਈ, ਚੜ੍ਹਦੀ ਕਲਾ ਵਾਲੀ ਜ਼ਿੰਦਗੀ ਜੀਣ ਵਾਸਤੇ ਸੰਨਿਆਸੀ ਹੋਣ ਦੀ ਲੋੜ ਨਹੀਂ, ਤਿਆਗੀ ਹੋਣ ਦੀ ਲੋੜ ਨਹੀਂ, ਜੋਗੀ ਬਣਨ ਦੀ ਲੋੜ ਨਹੀਂ, ਕੰਦ ਮੂਲ ਖਾਣ ਦੀ ਲੋੜ ਨਹੀਂ, ਤੀਰਥਾਂ ਤੇ ਨਹਾਉਣ ਦੀ ਲੋੜ ਨਹੀਂ, ਸੰਨਿਆਸੀਆਂ, ਜੋਗੀਆਂ, ਬਾਬਿਆਂ ਨੂੰ ਮੱਥੇ ਟੇਕਣ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਮਾਲਾ ਫੇਰਨ ਦੀ ਲੋੜ ਨਹੀਂ, ਸਗੋਂ ਗੁਰੂ ਦੀ ਮੱਤ ਦੇ ਧਾਰਨੀ ਹੋਣ ਦੀ ਲੋੜ ਹੈ।
ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ ਔਰ ਵਿਵਹਾਰਕ ਤੌਰ ਤੇ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਦੀ ਲੋੜ ਹੈ। ਜੋ ਆਪਾਂ ਆਮ 6 ਗੱਲਾਂ ਵਿਚਾਰਦੇ ਹਾਂ, ਜੇ ਉਹ 6 ਕਰਮ ਅਸੀਂ ਗੁਰਮਤਿ ਅਨੁਸਾਰ ਕਰ ਲਈਏ ਤਾਂ ਕਾਲ ਨਜ਼ਦੀਕ ਨਹੀਂ ਆਏਗਾ। ਸੱਚਾ ਸ਼ਬਦ, ਸੱਚ ਮਨ, ਘਰ ਹੀ ਮਾਹੇ ਉਦਾਸਾ। ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦਾ ਉਪਦੇਸ਼, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ। ਜੋ ਗੁਰੂ ਦਾ ਉਪਦੇਸ਼ ਹੈ ਉਹ ਸੱਚ ਹੈ। ਗੁਰੂ ਦਾ ਉਪਦੇਸ਼ ਕੀ ਹੈ? ਸੱਚ। ਸੱਚ ਮਨ, ਇੱਥੇ ਮਨ ਦੇ ਨੰਨੇ ਨਾਲ ਸਿਹਾਰੀ ਹੈ, ਮਨ ਵਿੱਚ। ਤੇ ਜਿਨ੍ਹਾਂ ਦੇ ਮਨ ਦੇ ਅੰਦਰ ਗੁਰੂ ਦਾ ਸੱਚ ਉਪਦੇਸ਼ ਹੈ, ਜੋ ਸੱਚ, ਜਿਨ੍ਹਾਂ ਦੇ ਮਨ ਵਿੱਚ ਵੀ ਸੱਚ ਹੈ, ਗੁਰੂ ਦੇ ਸੱਚੇ ਉਪਦੇਸ਼ ਮੁਤਾਬਕ ਜੋ ਜ਼ਿੰਦਗੀ ਜੀ ਰਹੇ ਨੇ, ਗੁਰੂ ਦੇ ਸੱਚੇ ਉਪਦੇਸ਼ ਨੂੰ, ਗੁਰੂ ਦੇ ਗਿਆਨ ਨੂੰ ਜਿਨ੍ਹਾਂ ਨੇ ਆਪਣੀ ਸੋਚ ਅੰਦਰ ਵਸਾ ਲਿਆ, ਘਰ ਹੀ ਮਾਹੇ ਉਦਾਸਾ, ਉਹ ਘਰ ਦੇ ਅੰਦਰ ਰਹਿੰਦੇ ਹੋਏ ਹੀ ਉਦਾਸ ਨੇ। ਉਦਾਸ ਦਾ ਮਤਲਬ ਇੱਥੇ ਫਿਕਰ ਚਿੰਤਾ ਨਹੀਂ, ਉਦਾਸ ਦਾ ਮਤਲਬ ਨਿਰਲੇਪ ਨੇ। ਉਦਾਸ ਦਾ ਮਤਲਬ ਮੁਕਤ ਨੇ, ਨਿਰਲੇਪ ਬਿਲਕੁਲ। ਗੁਰੂ ਦਾ ਸ਼ਬਦ ਉਹਨਾਂ ਦੇ ਮਨ ਵਿੱਚ ਵਸਦਾ ਹੈ, ਸੱਚ ਉਹਨਾਂ ਦੇ ਮਨ ਵਿੱਚ ਵਸਦਾ ਹੈ, ਤੇ ਘਰ ਦੇ ਅੰਦਰ ਰਹਿੰਦੇ, ਸੰਸਾਰ ਵਿੱਚ ਰਹਿੰਦੇ, ਪਰਿਵਾਰ ਵਿੱਚ ਰਹਿੰਦੇ ਹੋਏ ਉਹ ਬਿਲਕੁਲ ਨਿਰਲੇਪ ਨੇ ਮੇਰ ਤੇਰ ਦੇ ਵਿਤਕਰਿਆਂ ਤੋਂ, ਪਾਪਾਂ ਤੋਂ, ਅਪਰਾਧਾਂ ਤੋਂ, ਮਨਮਤਾਂ ਤੋਂ, ਬੇਗਾਨੇ ਹੱਕ ਖਾਣ ਤੋਂ, ਕੂੜ ਬੋਲ ਮੁਰਦਾਰ ਖਾਏ ਤੋਂ, ਇਹਨਾਂ ਤੋਂ ਨਿਰਲੇਪ ਨੇ ਬਿਲਕੁਲ। ਤਾਂ ਦੇਖੋ ਕਿੰਨਾ ਸੌਖਾ ਜੀਵਨ ਹੈ ਨਾ, ਕਿੰਨਾ ਸੌਖਾ ਔਰ ਸੁਖੈਨ ਜੀਵਨ ਹੈ। और हकीकत है कि ये जिंदगी बहुत सौखी और जिंदगी बड़ी आसान, खुशियां भरी हो सकती है जे बंदा गुरु ज्ञान मुताबिक जिंदगी जीवे, सच दा धारनी हो जाए। पर हर इंसान ने अपनी जिंदगी नूं कंप्लीकेट बना लिया, कंप्लीकेटेड जिंदगी हो गई है, बंदे ने खुद कर ली, सच दे नालों टुट के कर ली है, ਗੁਰਮਤਿ ਗਿਆਨ ਦੇ ਨਾਲੋਂ ਟੁੱਟ ਕੇ ਇਹ ਭੰਬਲ ਭੂਸੇ ਚ ਪੈ ਗਿਆ ਹੈ। ਨਾਨਕ ਸਤਿਗੁਰ ਸੇਵਨ ਆਪਣਾ, ਸੇ ਆਸਾ ਤੇ ਨਿਰਾਸਾ। ਨਾਨਕ ਸ਼ਬਦ ਤੇ ਰੁਕਣਾ ਹੈ। ਨਾਨਕ ਸਤਿਗੁਰ ਸੇਵਨ ਆਪਣਾ, ਸੇ ਆਸਾ ਤੇ ਨਿਰਾਸਾ। हे ਨਾਨਕ, ਜੋ ਮਨੁੱਖ ਆਪਣੇ ਗੁਰੂ ਦੀ ਸੇਵਾ ਕਰਦੇ ਨੇ, ਯਾਨੀ ਗੁਰੂ ਦੇ ਹੁਕਮ ਵਿੱਚ ਰਹਿੰਦੇ ਨੇ, ਗੁਰੂ ਦੀ ਆਗਿਆ ਵਿੱਚ ਤੁਰਦੇ ਨੇ, ਸੇ ਆਸਾ ਤੇ ਨਿਰਾਸਾ। ਆਸਾ ਦਾ ਮਤਲਬ ਜੋ ਲਾਲਸਾਵਾਂ ਨੇ, ਜੋ ਪਿੱਛੇ ਅਸੀਂ ਪੜਿਆ ਨਾ, ਛਾਦਨ ਭੋਜਨ ਕੀ ਆਸਾ, ਜਿਹੜੀਆਂ ਲਾਲਸਾਵਾਂ ਨੇ, ਅੰਦਰੋਂ ਤ੍ਰਿਸ਼ਨਾ ਨਹੀਂ ਉਤਰਦੀ। ਤਾਂ ਜੋ ਗੁਰੂ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਜੀਂਦੇ ਨੇ, ਉਹ ਲਾਲਸਾਵਾਂ ਤੋਂ ਉਪਰਾਮ ਹੋ ਜਾਂਦੇ ਨੇ, ਉਹਨਾਂ ਦੇ ਅੰਦਰ ਲਾਲਸਾਵਾਂ ਨਹੀਂ ਰਹਿੰਦੀਆਂ, ਉਹ ਲੋੜਾਂ ਨੂੰ ਪੂਰੀਆਂ ਕਰਦੇ ਨੇ। ਲੋੜ ਇੱਕ ਅਲੱਗ ਚੀਜ਼ ਹੈ ਔਰ ਆਸਾ ਇੱਕ ਅਲੱਗ ਚੀਜ਼ ਹੈ। ਵਾਸਨਾ ਇੱਕ ਅਲੱਗ ਚੀਜ਼, ਉਹ ਵਾਸ਼ਨਾਵਾਂ ਤੋਂ ਮੁਕਤ ਨੇ। ਜਿਵੇਂ ਆਪਾਂ ਪਹਿਲਾਂ ਕਈ ਵਾਰ ਵਿਚਾਰ ਕੀਤੀ ਹੈ, ਕੱਪੜਾ ਪਾਣਾ ਤਨ ਢੱਕਣ ਲਈ, ਗਰਮੀ ਸਰਦੀ ਤੋਂ ਬਚਣ ਲਈ, ਇਹ ਹਰ ਮਨੁੱਖ ਦੀ ਜ਼ਰੂਰਤ ਹੈ। ਇਹ ਸਾਡੀ ਲਾਲਸਾ ਨਹੀਂ ਹੈ, ਇਹ ਸਾਡੀ ਤ੍ਰਿਸ਼ਨਾ ਨਹੀਂ ਹੈ। ਪਰ 1.5 ਕਰੋੜ ਦਾ ਸੂਟ ਪਾਣਾ, ਇੱਥੇ ਤਾਂ ਪ੍ਰੋਬਲਮ ਹੈ ਨਾ। ਹੁਣ 1.5 ਕਰੋੜ ਦਾ ਹਰ ਇੱਕ ਨੂੰ ਤਾਂ ਨਹੀਂ ਮਿਲ ਸਕਦਾ ਨਾ, ਉਹਦੇ ਵਾਸਤੇ ਤਾਂ ਫਿਰ ਠੱਗੀਆਂ ਮਾਰਨੀਆਂ ਹੀ ਪੈਣਗੀਆਂ। ਲਾਲਸਾ, ਭੋਜਨ ਖਾਣਾ, ਰੋਟੀ, ਮੌਸਮੀ ਫਲ, ਮੌਸਮੀ ਸਬਜ਼ੀਆਂ, ਦੁੱਧ, ਦਹੀਂ, ਘਿਓ ਆਦਿ ਹਰ ਬੰਦੇ ਦੀ ਜ਼ਰੂਰਤ ਹੈ। ਪਰ 15-15, 16-16 ਲੱਖ ਰੁਪਇਆ ਜਿੱਥੇ ਇੱਕ ਰਾਤ ਦਾ ਕਿਰਾਇਆ ਹੈ, ਉੱਥੋਂ ਦੀ ਲਾਲਸਾ, ਇਹ ਲਾਲਸਾ ਇਹਨੇ ਖਰਾਬ ਕਰਦੀ। ਤਾਂ ਗੁਰੂ ਜੀ ਕਹਿੰਦੇ ਨੇ, ਜਿਹੜੇ ਇਨਸਾਨ ਆਪਣੇ ਗੁਰੂ ਦੀ ਦੱਸੇ ਰਾਹ ਤੇ ਤੁਰਦੇ ਨੇ, ਉਹ ਵਿਕਾਰਾਂ ਤੋਂ ਨਿਰਲੇਪ ਹੁੰਦੇ ਨੇ। ਘਰ ਦੇ ਵਿੱਚ ਰਹਿੰਦਿਆਂ ਹੀ ਉਹ ਨਿਰਲੇਪ ਨੇ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਇਹ ਵਿਕਾਰ ਆਦਿਕ ਨਹੀਂ ਹਨ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਹੈ। ਜੇ ਰੱਤ ਲੱਗੇ ਕੱਪੜੇ, ਜਾਮਾ ਹੋਈ ਪਲੀਤ। ਮੁਸਲਮਾਨ ਵੀਰ ਨੇ ਤਾਂ ਜੇ ਉਹਨਾਂ ਦੇ ਕੱਪੜੇ ਨੂੰ ਕਿਤੇ ਖੂਨ ਵਗੈਰਾ ਲੱਗ ਜਾਏ ਨਾ, ਤਾਂ ਸਮਝਦੇ ਨੇ ਕਿ ਜਾਮਾ ਪਾਇਆ ਹੋਇਆ ਜਿਹੜਾ ਬਸਤਰ ਹੈ, ਪਲੀਤ ਦਾ ਮਤਲਬ ਅਪਵਿੱਤਰ ਹੋ ਗਿਆ, ਤੇ ਹੁਣ ਇਹ ਜਾਮਾ, ਇਹ ਬਸਤਰ ਪਾ ਕੇ ਨਮਾਜ਼ ਨਹੀਂ ਪੜ੍ਹੀ ਜਾ ਸਕਦੀ, ਕਿਉਂਕਿ ਕੱਪੜਾ ਖਰਾਬ ਹੋ ਗਿਆ ਹੈ, ਅਪਵਿੱਤਰ ਹੋ ਗਿਆ ਹੈ, ਪਲੀਤ ਹੋ ਗਿਆ ਹੈ, ਖੂਨ ਲੱਗ ਗਿਆ ਹੈ ਜਾਮੇ ਨੂੰ, ਪਹਿਨਾਵੇ ਨੂੰ,
ਤੇ ਹੁਣ ਖੂਨ ਵਾਲਾ ਕੱਪੜੇ ਦੇ ਨਾਲ ਨਮਾਜ਼ ਨਹੀਂ ਪੜ੍ਹੀ ਜਾ ਸਕਦੀ, ਜੇ ਪੜਾਂਗੇ ਤੇ ਪ੍ਰਵਾਨ ਨਹੀਂ ਹੋਊਗੀ। ਇਸੇ ਤਰ੍ਹਾਂ ਹਰ ਧਰਮ ਦਾ ਬੰਦਾ ਕਰਦਾ ਹੈ, ਜੇ ਕਿਤੇ ਖੂਨ ਵਗੈਰਾ ਲੱਗਾ ਹੈ ਤਾਂ ਬ੍ਰਾਹਮਣ ਵੀ ਨਹੀਂ ਜਾਏਗਾ ਮੰਦਿਰ ਵਿੱਚ। ਸਾਡੇ ਵੀ ਕੱਪੜਿਆਂ ਨੂੰ ਖੂਨ ਲੱਗਾ ਹੋਵੇ ਤਾਂ ਅਸੀਂ ਵੀ ਕਵਾਂਗੇ ਵੀ ਕੱਪੜਾ ਖਰਾਬ ਹੋ ਗਿਆ ਹੈ। ਗੁਰਦੁਆਰੇ ਤਾਂ ਕੀ ਜਾਣਾ, ਅਸੀਂ ਵੈਸੇ ਆਪਣੇ ਘਰ ਦੇ ਵਿੱਚ ਵੀ ਨਹੀਂ ਪਾਵਾਂਗੇ, ਸ਼ਹਿਰ ਬਾਜ਼ਾਰ ਵਿੱਚ ਵੀ ਕੋਈ ਨਹੀਂ ਨਾ ਜਾਂਦਾ। ਤਾਂ ਹੁਣ ਗੁਰੂ ਜੀ ਕਹਿ ਰਹੇ ਨੇ, ਜੇ ਰੱਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ, ਜੇ ਕੱਪੜੇ ਨੂੰ ਖੂਨ ਦੀ ਬੂੰਦ ਲੱਗ ਜਾਏ ਤੇ ਲੋਕ ਕਹਿੰਦੇ ਨੇ ਇਹ ਜਾਮਾ ਪਹਿਨਾਵਾ ਪਲੀਤ ਹੋ ਗਿਆ ਹੈ, ਅਪਵਿੱਤਰ ਹੋ ਗਿਆ ਹੈ। ਤੇ ਗੁਰੂ ਜੀ ਕਹਿੰਦੇ ਨੇ, ਜੋ ਰਤ ਪੀਵੇਂ ਮਾਨਸਾ ਤਿਨ ਕਿਉਂ ਨਿਰਮਲ ਚੀਤ। ਜਿਹੜੇ ਬੰਦੇ, ਰਤ ਦਾ ਮਤਲਬ ਲਹੂ, ਮਾਨਸਾ ਨਹੀਂ ਪੜਨਾ, ਇਹਨੂੰ ਬਿੰਦੀ ਲਾ ਕੇ ਪੜਨਾ ਹੈ ਮਾਨਸਾ। ਸ਼ਬਦ ਹੈ ਮਾਨਸ, ਤੇ ਮਾਨਸ ਸ਼ਬਦ ਦੇ ਨਾਲ ਕੰਨਾ ਲਗਾ ਕੇ ਬਹੁਵਚਨੀ ਬਣਾਇਆ। ਜਦੋਂ ਕਿਸੇ ਨਾਉਨ ਦੇ ਨਾਲ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਜਾਂਦਾ ਹੈ ਤਾਂ ਉੱਥੇ ਉਚਾਰਨ ਬਿੰਦੀ ਦਾ ਹੋਏਗਾ ਮਾਨਸਾ, ਬੰਦਿਆਂ ਦਾ। ਜੋ ਰਤ ਪੀਵੇਂ ਮਾਨਸਾ, ਜਿਹੜੇ ਬੰਦਿਆਂ ਦਾ ਖੂਨ ਪੀਂਦੇ ਨੇ, ਤਿੰਨ ਕਿਉਂ ਨਿਰਮਲ ਚੀਤ, ਉਹਨਾਂ ਦਾ ਚਿੱਤ ਕਿਵੇਂ ਨਿਰਮਲ ਹੋ ਸਕਦਾ ਹੈ। ਹੁਣ ਦੇਖੋ, ਬੰਦਿਆਂ ਦਾ ਖੂਨ ਦਾ ਮਤਲਬ ਇਹ ਤਾਂ ਨਹੀਂ ਕਿ ਬੰਦਾ ਵੱਢ ਕੇ ਤੇ ਖੂਨ ਪੀਂਦਾ, ਐਵੇਂ ਤੇ ਕੋਈ ਇੱਕ ਦਾ ਕਰ ਗਿਆ ਹੋਏ ਪਤਾ ਨਹੀਂ, ਐਵੇਂ ਤੇ ਆਮ ਬੰਦੇ ਤੇ ਨਹੀਂ ਨਾ ਕਰਦੇ। ਪਰ ਇੱਥੇ ਬਹੁਵਚਨੀ ਗੱਲ ਹੈ ਕਿ ਜੋ ਬੰਦਿਆਂ ਦਾ ਖੂਨ ਪੀਂਦੇ ਨੇ, ਬੰਦਿਆਂ ਦੀ ਰਤ ਪੀਂਦੇ ਨੇ, ਉਹਨਾਂ ਦਾ ਮਨ ਕਿਵੇਂ ਪਵਿੱਤਰ ਹੋ ਸਕਦਾ। ਹੁਣ ਬੰਦਿਆਂ ਦਾ ਰਤ ਪੀਣ ਦਾ ਮਤਲਬ ਕੀ ਹੈ? ਬੇਗਾਨਾ ਹੱਕ ਖਾਣਾ। ਕਈ ਲੋਕ ਨੇ ਕੰਮ ਬਹੁਤ ਜ਼ਿਆਦਾ ਲੈਂਦੇ ਨੇ ਤੇ ਉਹ ਪੈਸੇ ਪੂਰੇ ਨਹੀਂ ਦਿੰਦੇ। ਕਈ ਲੋਕ ਨੇ ਦਿਹਾੜੀਆਂ ਲਵਾ ਲਈਆਂ ਤੇ ਦਿਹਾੜੀਦਾਰਾਂ ਦੇ ਪੈਸੇ ਮਾਰ ਦਿੰਦੇ। ਇਹਨੂੰ ਕਹਿੰਦੇ ਨੇ ਬੰਦਿਆਂ ਦਾ ਖੂਨ ਪੀਣਾ, ਦੂਜਿਆਂ ਦਾ ਹੱਕ ਖਾ ਜਾਣਾ, ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਾ ਕਰਨੀ, ਠੱਗੀ ਮਾਰਨੀ, 2 ਨੰਬਰ ਦੇ ਧੰਦੇ ਕਰਨੇ। ਹੁਣ ਦੇਖੋ, 2 ਨੰਬਰ ਦੇ ਧੰਦੇ ਜਿਹੜੇ ਨੇ, ਬੰਦਿਆਂ ਦਾ ਖੂਨ ਹੀ ਹੈ ਨਾ। ਜਿਵੇਂ ਆ ਤੁਹਾਡੇ ਨਾਲ ਪਿੱਛੇ ਪਨੀਰ ਦੀ ਗੱਲ ਕੀਤੀ ਸੀ ਕਿ ਕਿੰਨੇ ਕੁਇੰਟਲ ਪਨੀਰ ਜਿਹੜਾ ਹੈ ਡੁਪਲੀਕੇਟ ਬਣਾਇਆ ਜਾ ਰਿਹਾ, ਤੇ ਜਿਹੜੇ ਲੋਕ ਉਸ ਪਨੀਰ ਨੂੰ ਖਾਣਗੇ ਉਹਨਾਂ ਦੀ ਸਿਹਤ ਦੇ ਨਾਲ ਵਿਚਾਰਿਆਂ ਦੇ ਕੀ ਹੋਏਗਾ। ਤਾਂ ਜਿਹੜਾ ਉਹ ਪੈਸਾ ਆਇਆ, ਬੰਦਿਆਂ ਦਾ ਖੂਨ ਹੀ ਪੀ ਰਹੇ ਨੇ। ਹੋਰ ਤੁਸੀਂ ਵੇਖਦੇ ਹੋ ਕਿਵੇਂ ਆ ਚੀਜ਼ਾਂ ਜਿਹੜੇ ਨੇ, ਆ ਛੋਟੀਆਂ ਮੋਟੀਆਂ ਰੇਹੜੀਆਂ ਵਾਲੇ ਵੀ ਗੰਦੇ ਨਾਲਿਆਂ ਦੇ ਵਿੱਚ, ਗਟਰ ਦੇ ਵਿੱਚ ਉਹ ਧੋ ਰਹੇ ਨੇ ਮੂਲੀਆਂ ਤੇ ਉਹ ਵੇਚ ਰਹੇ ਨੇ। ਤੇ ਜੋ ਐਸੇ ਕੰਮ ਕਰਕੇ ਪੈਸਾ ਲੈ ਰਹੇ ਨੇ, ਬੰਦਿਆਂ ਦਾ ਖੂਨ ਹੀ ਪੀ ਰਹੇ ਨੇ। ਬੇਗਾਨੇ ਹੱਕ ਖਾਣੇ, 2 ਨੰਬਰ ਦੇ ਧੰਦੇ ਕਰਨੇ, ਤਾਂ ਉਹਨਾਂ ਦਾ ਚਿੱਤ ਕਿਵੇਂ ਨਿਰਮਲ ਹੋ ਸਕਦਾ, ਕਦੇ ਸੋਚਿਆ? ਅਗਲਾ ਬਚਨ ਕਰਦੇ ਨੇ, ਨਾਨਕ ਨਾਉ ਖੁਦਾਏ ਕਾ ਦਿਲ ਹੱਛੇ ਮੁਖ ਲੇਹ। ਦਿਲ ਹੱਛੇ ਮੁਖ ਲੇ, ਇਹਨੂੰ ਲੇਹੋ ਵੀ ਪੜ ਸਕਦੇ ਹੋ, ਲੇਹ ਵੀ ਪੜ ਸਕਦੇ ਹੋ। ਨਾਨਕ ਨਾਉ ਖੁਦਾਏ ਕਾ। ਹੁਣ ਜਿਹੜੇ ਮਾਨਸ ਖਾਣੇ ਨੇ ਨਾ, ਬੰਦਿਆਂ ਦਾ ਹੱਕ ਖਾਣ ਵਾਲੇ, 2 ਨੰਬਰ ਦੇ ਧੰਦੇ ਕਰਨ ਵਾਲੇ, ਕਰੈਕਟਰਲੈਸ ਬੰਦੇ, ਝੂਠ ਬੋਲਣ ਵਾਲੇ, ਈਰਖਾ ਕਰਨ ਵਾਲੇ, ਅੰਦਰੋਂ ਹੋਰ ਤੇ ਬਾਹਰੋਂ ਹੋਰ, ਮਸੀਤ ਵਿੱਚ ਜਾ ਕੇ ਨਮਾਜ਼ ਵੀ ਪੜ੍ਹਦੇ ਨੇ, ਮੰਦਿਰ ਵਿੱਚ ਵੀ ਉਹ ਜਾਂਦੇ ਨੇ, ਗੁਰਦੁਆਰੇ ਜਾਂਦੇ ਨੇ, ਚਰਚ ਵਿੱਚ ਜਾਂਦੇ ਨੇ। ਯਾਨੀ ਜਿਸ ਧਰਮ ਦੇ ਵਿੱਚ ਕੋਈ ਵਿਸ਼ਵਾਸ ਰੱਖਦਾ ਹੈ, ਉਸ ਧਰਮ ਸਥਾਨ ਤੇ ਵੀ ਜਾ ਰਹੇ ਨੇ, ਮੱਥਾ ਟੇਕ ਰਹੇ ਨੇ, ਨਮਾਜ਼ ਪੜ੍ਹ ਰਹੇ ਨੇ, ਸਿਜਦੇ ਕਰ ਰਹੇ ਨੇ, ਲੇਕਿਨ ਮਨ ਦੇ ਅੰਦਰ ਖੋਟ ਹੈ, ਲੋਕਾਂ ਦਾ ਖੂਨ ਪੀ ਰਹੇ ਨੇ, ਜਿਵੇਂ ਮਲਕ ਭਾਗੋ ਸੀ। ਤਾਂ ਗੁਰੂ ਜੀ ਕਹਿੰਦੇ ਨੇ, ਪਿਆਰਿਓ, ਇਹ ਕੋਈ ਰੱਬ ਦੀ ਬੰਦਗੀ ਨਹੀਂ ਹੈ ਜੇ ਤੁਸੀਂ ਕਹੋ ਕਿ ਲੋਕਾਂ ਦਾ ਖੂਨ ਪੀ ਕੇ, ਝੂਠ ਬੋਲ ਕੇ, ਵਿਕਾਰ ਕਮਾ ਕੇ, ਪਾਪ ਕਰਕੇ, ਅਪਰਾਧ ਕਰਕੇ ਤੇ ਮੈਂ ਮਸੀਤ ਵਿੱਚ ਜਾ ਕੇ ਨਮਾਜ਼ ਪੜਾਵਾਂ ਤੇ ਖੁਦਾ ਮੈਨੂੰ ਬਖਸ਼ ਦੇਵੇ। ਐਵੇਂ ਨਹੀਂ ਹੁੰਦਾ ਕਿ ਮੈਂ ਧਰਮੀ ਹੋ ਜਾਵਾਂ, ਮੈਨੂੰ ਜੰਨਤ ਮਿਲ ਜਾਏ, ਮੈਨੂੰ ਸਵਰਗ ਮਿਲ ਜਾਏ। ਜੇ ਮੈਂ ਠੱਗੀਆਂ ਮਾਰ ਕੇ ਗੁਰਦੁਆਰੇ ਮੱਥਾ ਟੇਕ ਆਵਾਂ ਤੇ ਆਪਣੇ ਆਪ ਨੂੰ ਮੈਂ ਧਰਮੀ ਸਮਝ ਲਵਾਂ, ਤਾਂ ਇਹ ਧਰਮ ਨਹੀਂ ਹੈ, ਇਹ ਭਗਤੀ ਨਹੀਂ ਹੈ। ਨਾਨਕ ਨਾਉ ਖੁਦਾਏ ਕਾ, ਕਿ ਜਿਹੜਾ ਰੱਬ ਦਾ ਨਾਮ ਹੈ, ਰੱਬ ਦੇ ਗੁਣ ਨੇ, ਸਿਫਤ ਸਲਾਹ ਕਰ। ਦਿਲ ਹੱਛੇ, ਦਿਲ ਹੱਛੇ ਦਾ ਮਤਲਬ ਸਾਫ਼ ਦਿਲ ਦੇ ਨਾਲ। ਮੁਖ ਲੇਹ, ਮੁਖ ਦੇ ਖੱਖੀ ਨਾਲ ਸਿਹਾਰੀ ਹੈ ਮੂੰਹ ਤੋਂ, ਲੇਹ ਦਾ ਮਤਲਬ ਬੋਲ। ਸਾਫ਼ ਦਿਲ ਦੇ ਨਾਲ ਰੱਬ ਦੇ ਗੁਣ ਗਾ। ਜੇ ਲੋਕਾਂ ਨੂੰ ਕਹਿ ਰਿਹਾ ਨਾ ਸੱਚ ਬੋਲ, ਤਾਂ ਤੇਰੇ ਆਪਣੇ ਦਿਲ ਵਿੱਚ ਵੀ ਸੱਚ ਹੋਵੇ
ਤੇਰੇ ਵਿਹਾਰ ਵਿੱਚ ਵੀ ਸੱਚ ਹੋਵੇ, ਤੇਰਾ ਦਿਲ ਸਾਫ਼ ਚਾਹੀਦਾ। ਜੇ ਲੋਕਾਂ ਨੂੰ ਕਹਿ ਰਿਹਾ ਨਾ ਪ੍ਰੇਮ ਦੇ ਨਾਲ ਰਹੋ, ਤਾਂ ਜ਼ਬਾਨੀ ਨਾ ਹੋਵੇ ਕਿ ਆਪ ਲੋਕਾਂ ਦੇ ਰਿਸ਼ਤੇ ਛਡਾਉਂਦਾ ਫਿਰੇ, ਆਪ ਲੋਕਾਂ ਨਾਲ ਈਰਖਾ ਕਰਦਾ ਫਿਰੇ, ਵੈਰ ਵਿਰੋਧ ਕਰਾਉਂਦਾ ਫਿਰੇ, ਲੋਕਾਂ ਦੇ ਘਰਾਂ 'ਚ ਤੀਲੀਆਂ ਬਾਲ ਕੇ ਤੇ ਨੂੰਹ ਸੱਸਾਂ ਨੂੰ ਲੜਾਉਂਦਾ ਫਿਰੇ, ਤੇ ਨਾਲ ਉਤੋਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਰੀ ਜਾਵੇ। ਤਾਂ ਮੂੰਹ ਮੇ ਰਾਮ ਬਗਲ ਮੇ ਛੁਰੀ ਵਾਲੀ ਗੱਲ ਨਾ ਹੋਏ। ਰੱਬੀ ਗੁਣ ਗਾਣੇ ਨੇ, ਰੱਬ ਦੀ ਸਿਫਤ ਸਲਾਹ ਕਰਨੀ ਹੈ, ਦਿਲ ਅੱਛਾ, ਸਾਫ਼ ਦਿਲ ਦੇ ਨਾਲ ਜ਼ਬਾਨ ਦੇ ਨਾਲ ਬੋਲ, ਤੇਰਾ ਦਿਲ ਸਾਫ਼ ਹੋਣਾ ਚਾਹੀਦਾ। ਬਾਣੀ ਪੜਦਾ ਤੇਰਾ ਦਿਲ ਸਾਫ਼ ਹੋਵੇ। ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ। ਦਿਵਾਜੇ ਦਾ ਮਤਲਬ ਹੈ ਵਿਖਾਵੇ। ਜੇ ਦਿਲ ਸਾਫ਼ ਨਹੀਂ, ਦਿਲ ਦਾ ਮਤਲਬ ਮੈਂਟੈਲਿਟੀ, ਸੋਚ। ਦਿਲ ਦਾ ਮਤਲਬ ਇਹ ਨਹੀਂ ਕਿ ਜਿਹੜਾ ਸਾਡਾ ਆਰਗਨ ਖੂਨ ਪੰਪ ਕਰਦਾ ਹੈ, ਉਹ ਨਹੀਂ। ਦਿਲ ਦਾ ਮਤਲਬ, ਜਿੱਥੇ ਵੀ ਦਿਲ ਆਏ, ਉਹਦਾ ਮਤਲਬ ਹੈ ਸਾਡੀ ਮੈਂਟੈਲਿਟੀ, ਸਾਡੀ ਸੋਚ। ਅਵਰ ਦਿਵਾਜੇ ਦੁਨੀ ਕੇ, ਕਿ ਜੇ ਦਿਲ ਸਾਫ਼ ਨਹੀਂ, ਜੇ ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਨਹੀਂ, ਤਾਂ ਜਿੰਨੇ ਵੀ ਬਾਕੀ ਵਿਖਾਵੇ ਦੇ ਕੰਮ ਨੇ ਉਹ ਸਾਰੇ ਕੂੜੇ ਨੇ। ਝੂਠੇ ਅਮਲ ਕਰੇ, ਝੂਠੇ ਅਮਲ ਦਾ ਮਤਲਬ ਕੂੜੇ ਕੰਮ ਕਰ ਰਹੇ ਹੋ, ਬਾਕੀ ਸਭ ਕੁਝ ਝੂਠ ਹੈ, ਬਕਵਾਸ ਹੈ, ਤੁਹਾਡਾ ਪਖੰਡ ਹੈ। ਜੇ ਸੱਚ ਨਹੀਂ ਹਿਰਦੇ ਵਿੱਚ, ਬੋਲਾਂ ਵਿੱਚ ਸੱਚ ਨਹੀਂ, ਸੋਚ ਸੱਚੀ ਨਹੀਂ, ਜਿੰਨੀਆਂ ਮਰਜ਼ੀ ਨਮਾਜ਼ਾਂ ਪੜ੍ਹ ਲਓ, ਜਿੰਨੇ ਮਰਜ਼ੀ ਪਾਠ ਕਰ ਲਓ, ਜਿੰਨੇ ਮਰਜ਼ੀ ਤੀਰਥਾਂ ਤੇ ਨਾ ਆਇਓ, ਜਿੰਨੇ ਮਰਜ਼ੀ ਜੋਗੀ ਬਣ ਜਾਓ, ਸੰਨਿਆਸੀ ਬਣ ਜਾਓ, ਬਾਬਿਆਂ ਦੇ ਡੇਰਿਆਂ ਤੇ ਜਾ ਆਇਓ, ਵਰਤ ਰੱਖ ਲਓ, ਸਰਾਧ ਕਰ ਲਓ, ਦਸਮ ਦੁਆਰ ਵਿੱਚ ਪ੍ਰਾਨ ਚੜਾ ਲਓ, ਗੁਰੂ ਜੀ ਕਹਿੰਦੇ ਨੇ ਸਾਰੇ ਕਰਮ ਤੁਹਾਡੇ ਵਿਅਰਥ ਨੇ। ਜੇਕਰ ਦਿਲ ਸਾਫ਼ ਨਹੀਂ, ਜੇ ਨੀਅਤ ਸਾਫ਼ ਨਹੀਂ, ਜੇ ਸੋਚ ਸਾਫ਼ ਨਹੀਂ, ਜੇ ਜੀਵਨ ਦੇ ਅੰਦਰ ਅੰਦਰੋਂ ਬਾਹਰੋਂ ਸੱਚ ਦਾ ਧਾਰਨੀ ਨਹੀਂ, ਤਾਂ ਸੱਚ ਨੂੰ ਜੇ ਛੱਡ ਦਿੱਤਾ ਜਾਏ ਤੇ ਬਾਕੀ ਸਾਰਾ ਕੁਝ ਪਖੰਡ ਹੀ ਹੈ, ਬਾਕੀ ਸਾਰੇ ਝੂਠੇ ਕਰਮ ਕਰ ਰਹੇ ਹੋ, ਇਹਨਾਂ ਕਰਮਾਂ ਦਾ ਕੋਈ ਲਾਭ ਨਹੀਂ ਹੈ। ਅੱਗੇ ਦੱਸਦੇ ਨੇ, ਜਾਂ ਹੋ ਨਾਹੀ ਤਾਂ ਕਿਆ ਆਖਾਂ, ਕਿਹੋ ਨਾਹੀ ਕਿਆ ਹੋਵਾਂ। ਇਹ ਕਿਹੋ ਨਾਹੀ ਨੂੰ ਕਿਹੋ ਵੀ ਪੜ੍ਹਦੇ ਨੇ ਤੇ ਕਿਹੇ ਵੀ ਪੜ੍ਹਦੇ ਨੇ। ਵੈਸੇ ਕਿਹੇ ਸ਼ਬਦ ਜ਼ਿਆਦਾ ਠੀਕ ਹੈ, ਪਰ ਜੇ ਕਿਹੋ ਵੀ ਕੋਈ ਪੜ੍ਹਦਾ ਹੈ ਤੇ ਉਹ ਵਿਵਾਦ ਵਾਲੀ ਕੋਈ ਗੱਲ ਨਹੀਂ, ਉਚਾਰਨ ਵਿੱਚ ਥੋੜੇ ਬਹੁਤੇ ਮਤਭੇਦ ਹੈ ਨੇ। ਜਾਂ ਹੋ ਨਾਹੀ, ਜਾਂ ਹੋ ਨਾਹੀ ਦਾ ਮਤਲਬ, ਹੋਣ ਦਾ ਮਤਲਬ ਮੈਂ, ਜਦੋਂ ਮੈਂ ਹਾਂ ਹੀ ਕੁਛ ਨਹੀਂ। ਗੁਰੂ ਜੀ ਕਹਿੰਦੇ ਨੇ ਜਾਂ ਹੋ ਨਾਹੀ, ਜਦੋਂ ਮੈਂ ਕੁਛ ਹੈ ਹੀ ਨਹੀਂ, ਮੇਰੀ ਕੋਈ ਆਤਮਿਕ ਹਸਤੀ ਹੀ ਨਹੀਂ, ਮੇਰੇ ਅੰਦਰ ਸਚਾਈ ਨਹੀਂ, ਦਇਆ ਨਹੀਂ, ਪ੍ਰੇਮ ਨਹੀਂ, ਮੈਂ ਇਹਨਾਂ ਗੁਣਾਂ ਨੂੰ ਅਮਲ ਵਿੱਚ ਨਹੀਂ ਲਿਆਂਦਾ, ਮੈਂ ਇਹਨਾਂ ਗੁਣਾਂ ਦਾ ਆਨੰਦ ਨਹੀਂ ਮਾਣਿਆ, ਮੇਰਾ ਆਪਣਾ ਤਜਰਬਾ ਹੀ ਨਹੀਂ ਹੈ, ਤਾਂ ਕਿਆ ਆਖਾਂ, ਤਾਂ ਮੈਂ ਇਹਨਾਂ ਬਾਰੇ ਕੀ ਆਖਾਂ, ਉਪਦੇਸ਼ ਕੀ ਕਰਾਂ। ਕਿਹ ਨਾਹੀ ਕਿਆ ਹੋਵਾਂ, ਕੋਈ ਆਤਮਿਕ ਗੁਣ ਨਾ ਹੁੰਦਿਆਂ ਵੀ ਮੈਂ ਕੁਝ ਬਣ ਕੇ ਵਿਖਾਵਾਂ, ਕਿਆ ਹੋਵਾਂ। ਕਿਆ ਹੋਵਾਂ ਦਾ ਮਤਲਬ ਕੀ ਬਣ ਕੇ ਵਿਖਾਵਾਂ, ਕਿ ਜਦੋਂ ਮੈਂ ਕੁਝ ਹੈ ਹੀ ਨਹੀਂ, ਮੇਰਾ ਆਤਮਿਕ ਜੀਵਨ ਹੀ ਨਹੀਂ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਜੀਵਨ ਤੇ ਹੈ ਨਹੀਂ, ਮੀਨਸ ਕਿ ਮਨ ਬਚਨ ਔਰ ਕਰਮ ਕਰਕੇ ਸੱਚ ਦਾ ਮੈਂ ਧਾਰਨੀ ਨਹੀਂ ਹੋਇਆ। ਸੱਚੀ ਜ਼ਿੰਦਗੀ ਜੀਣ ਦਾ ਕੀ ਸੁੱਖ ਹੈ ਮੈਨੂੰ ਪਤਾ ਹੀ ਨਹੀਂ। ਕਿਉਂ? ਕਿਉਂਕਿ ਮੈਂ ਸੱਚੀ ਜ਼ਿੰਦਗੀ ਜੀ ਵੀ ਨਹੀਂ। ਦਇਆ ਦਾ ਕੀ ਸੁੱਖ ਹੈ ਮੈਨੂੰ ਕੀ ਪਤਾ, ਮੈਂ ਦਇਆ ਕੀਤੀ ਨਹੀਂ। ਪ੍ਰੇਮ ਦੇ ਨਾਲ ਰਿਹਾ ਕੀ ਹੁੰਦਾ ਹੈ, ਪ੍ਰੇਮ ਕੀਤਿਆਂ ਕੀ ਹੁੰਦਾ ਹੈ, ਰੱਬੀ ਪ੍ਰੇਮ ਕੈਸੀ ਜ਼ਿੰਦਗੀ ਹੁੰਦੀ ਹੈ ਮੈਨੂੰ ਕੀ ਪਤਾ, ਕਿਉਂਕਿ ਮੈਂ ਪ੍ਰੇਮ ਕੀਤਾ ਹੀ ਨਹੀਂ। ਜਦ ਮੇਰੀ ਆਤਮਿਕ ਹਸਤੀ ਹੀ ਕੋਈ ਨਹੀਂ, ਆਤਮਿਕ ਪਾਇਆ ਹੀ ਨਹੀਂ, ਤਾਂ ਕਿਆ ਆਖਾਂ ਮੈਂ ਲੋਕਾਂ ਨੂੰ ਕੀ ਉਪਦੇਸ਼ ਦਿਆਂ। ਕਿਹ ਨਾਹੀ, ਜਦੋਂ ਮੈਂ ਕੁਛ ਹੈ ਹੀ ਨਹੀਂ, ਕਿਆ ਹੋਵਾਂ, ਤੇ ਫਿਰ ਮੈਂ ਬਣ ਕੇ ਕੀ ਵਿਖਾਵਾਂ। ਮੈਂ ਬਾਣਾ ਪਾ ਲਵਾਂ ਤੇ ਮੈਂ ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਵਾਂ, ਸੰਤ ਅਖਵਾਵਾਂ, ਹੈ ਨਹੀਂ। ਮੈਂ ਆਪਣੇ ਆਪ ਨੂੰ ਇੰਜੀਨੀਅਰ ਅਖਵਾਵਾਂ, ਹੈ ਨਹੀਂ। ਤੇ ਪੁਲਾਂ ਦਾ ਠੇਕਾ ਲੈ ਲਵਾਂ ਤੇ ਫਿਰ ਕੀ ਹੋਏਗਾ। ਝੂਠੀ ਡਿਗਰੀ ਬਣਵਾ ਲਵਾਂ ਇੰਜੀਨੀਅਰ ਦੀ ਤੇ ਪੁਲਾਂ ਦਾ ਠੇਕਾ ਲੈ ਲਾਂ ਤੇ ਪੁਲ ਬਣਾਉਣਾ ਸ਼ੁਰੂ ਕਰ ਦਾਂ, ਤੇ ਪੁਲ ਦਾ ਬਣੇਗਾ ਕੀ। ਸਾਡੇ ਪਿੰਡ ਨਾ ਇੱਕ ਮਿਸਤਰੀ ਸੀ, ਵਿਚਾਰੇ ਉਹਦੀ ਡੈਥ ਹੋ ਗਈ, ਤੇ ਮਿਸਤਰੀ ਵੀ ਉਹ ਛੋਟਾ ਜਿਹਾ ਸੀ, ਪਾਵੇ ਬਣਾ ਦੇਣੇ,
ਪੀੜੀਆਂ ਵਗੈਰਾ ਹੋਰ ਛੋਟੇ ਮੋਟੇ ਕੰਮ ਕਰ ਲੈਂਦਾ ਸੀ। ਛੋਟੀ ਮੋਟੀ ਕਿਸੇ ਦੀ ਕੰਧ ਬਣਾ ਦੇਣੀ। ਤੇ ਮਾਤਾ ਸੀ ਕਹਿਣ ਲੱਗੀ ਉਹਨੂੰ, ਹਰਨਾਮ ਸਿੰਘ ਨਾਂ ਸੀ, ਕਹਿਣ ਲੱਗੀ ਹਰਨਾਮ ਸਿੰਘ ਕੋਠਾ ਬਣਾਉਣਾ ਹੈ। ਤੇ ਹਰਨਾਮ ਸਿੰਘ ਨੇ ਕੋਠਾ ਬਣਾਉਣਾ ਸ਼ੁਰੂ ਕਰਤਾ। ਬਣਾਇਆ ਨਾ, ਸੱਚੀ ਗੱਲ ਹੈ, ਦਰੜ ਪਿੰਡ ਦੀ ਗੱਲ ਹੈ, ਕਰਨਾਲ ਦੇ ਵਿੱਚ। ਉਹਨੇ ਬਣਾਇਆ ਮਕਾਨ, ਤੇ ਉਹ ਵਿਚਾਰਾ ਬਣਾਇਆ ਜਿਵੇਂ ਦਾ ਉਹਨੂੰ ਆਉਂਦਾ ਸੀ। ਤੇ ਉਹ ਕੀ ਹੋਇਆ ਕਿ ਉੱਤੇ ਜਾ ਕੇ ਜਿਹੜੀਆਂ ਕੰਧਾਂ ਨੇ ਉਹ ਥੋੜੀਆਂ ਜਿਹੀਆਂ ਚੌੜੀਆਂ ਹੋ ਗਈਆਂ, ਉਹ ਗੁਣੀਏ ਵਿੱਚ ਨਹੀਂ ਰਹੀ ਗੱਲ। ਹੁਣ ਛਤੀਰ ਜਿਹੜਾ ਮੰਗਾਇਆ ਸੀ ਉਹ ਥੋੜਾ ਛੋਟਾ ਰਹਿ ਗਿਆ, ਤੇ ਕੰਧਾਂ ਉੱਤੋਂ ਚੌੜੀਆਂ ਹੋ ਗਈਆਂ। ਤੇ ਹੁਣ ਇਹ ਤੇ ਕਵੇ ਨਾ ਵੀ ਛਤੀਰ ਦੁਬਾਰਾ ਮੰਗਾਵਾਂ, ਮਾਤਾ ਕੋਲ ਵੀ ਬਹੁਤੇ ਪੈਸੇ ਪੂਸੇ ਨਹੀਂ ਸੀ। ਤੇ ਉਹਨੇ ਹਰਨਾਮ ਸਿੰਘ ਨੇ ਉਹਨੇ ਕੀ ਕੀਤਾ, ਮਿਸਤਰੀ ਨੇ ਥੋੜੀਆਂ ਜਿਹੀਆਂ ਇੱਟਾਂ ਵਧਾ ਕੇ ਨਾ ਛਤੀਰ ਦੇ ਥੱਲੇ ਏਦਾਂ ਉਹਨਾਂ ਤੇ ਛਤੀਰ ਰੱਖ ਕੇ ਉੱਤੇ ਛੱਤ ਪਾ ਦਿੱਤੀ। ਤੇ ਹੁਣ ਹਰਨਾਮ ਸਿੰਘ ਨੂੰ ਪਤਾ ਸੀ ਕਿ ਗੜਬੜ ਹੋ ਸਕਦੀ ਹੈ। ਛੱਤ ਵਗੈਰਾ ਪੈ ਗਈ, ਤੇ ਮਾਤਾ ਨੂੰ ਕਹਿੰਦਾ ਮਾਤਾ ਕੰਮ ਨਿਬੜ ਗਿਆ, ਦਿਹਾੜੇ ਤੇ ਪੈਸੇ। ਤੇ ਨਾਲੇ ਮਾਤਾ ਅੱਜ ਦਾ ਦਿਨ ਨਾ ਇਹ ਕੋਠੇ ਦੇ ਵਿੱਚ ਆਂਦਾ ਸਮੀ ਨਾ, ਇਹ ਸੱਚੀ ਗੱਲ ਹੈ ਬਿਲਕੁਲ। ਕਹਿੰਦਾ ਮਾਤਾ ਅੱਜ ਦਾ ਦਿਨ ਨਾ ਕੋਠੇ ਵਿੱਚ ਨਾ ਸਮੀ। ਕਹਿਣ ਲੱਗੀ ਕਿਉਂ? ਕਹਿੰਦਾ ਮਾਤਾ ਜੇ ਅੱਜ ਦਾ ਦਿਨ ਕੱਢ ਗਿਆ ਤੇ ਫਿਰ ਡਿੱਗਦਾ ਨਹੀਂ, ਤੇ ਰਾਤ ਨੂੰ ਡਿੱਗ ਪਿਆ। ਕੁਦਰਤੀ ਮਾਤਾ ਅੰਦਰ ਨਹੀਂ ਸੁੱਤੀ, ਉਹ ਛਤੀਰ ਡਿੱਗ ਗਿਆ, ਡਿੱਗਣਾ ਹੀ ਸੀ ਨਾ। ਹੁਣ ਜਦ ਪ੍ਰੈਕਟਿਸ ਨਹੀਂ ਹੈ, ਜਾਂਚ ਨਹੀਂ ਹੈ, ਤਾਂ ਫਿਰ ਮਕਾਨ ਜੇ ਮੈਂ ਬਣਾਵਾਂਗਾ ਤੇ ਕੰਮ ਹੀ ਹੋਏਗਾ ਨਾ। ਕਿਉਂ ਨਾ ਹੀ ਕਿਆ ਹੋਵਾਂ, ਜਦੋਂ ਮੈਂ ਕੁਝ ਹੈ ਹੀ ਨਹੀਂ ਤੇ ਉਹ ਚੀਜ਼ ਬਣ ਕੇ ਵਿਖਾਵਾਂ ਤੇ ਉਹਦਾ ਰਿਜ਼ਲਟ ਕੀ ਨਿਕਲੇਗਾ। ਇੰਡੀਆ ਦੇ ਅੰਦਰ 72,65,000 ਬਾਬੇ ਨੇ ਸੰਤ, ਤੇ ਜੇ 72,65,000 ਸੰਤ ਹੋਣ ਸੱਚੇ, ਤਾਂ ਪੂਰਾ ਦੇਸ਼ ਇਮਾਨਦਾਰ ਹੋਣਾ ਚਾਹੀਦਾ। ਆ ਕਿਸਾਨਾਂ ਵਾਲਾ ਮੋਰਚਾ ਹੈ ਨਾ, ਸਾਰੇ ਬਾਬੇ ਕਿਸਾਨਾਂ ਤੋਂ ਹੀ ਪਲ ਰਹੇ ਨੇ ਨਾ, ਇਹਦੇ ਵਿੱਚ ਤੇ ਕੋਈ ਦੋ ਰਾਏ ਨਹੀਂ, ਕਿਸਾਨਾਂ ਤੋਂ ਹੀ ਪਲ ਰਹੇ ਨੇ। ਤੇ ਜੇ 72,65,000 ਬਾਬੇ ਕਿਸਾਨਾਂ ਨੂੰ ਕਹਿਣ ਤੁਸੀਂ ਜਾਓ ਘਰੋਂ ਕਰੀ, ਅਸੀਂ ਤੁਹਾਡੇ ਤੋਂ ਬੋਰੀਆਂ ਲੈਣੇ ਆ, ਕਣਕ ਲੈਣੇ ਆ, ਝੋਨਾ ਲੈਣੇ ਆ, ਸਾਰਾ ਕੁਝ ਤੁਹਾਡੇ ਤੋਂ ਲੈਣੇ ਆ, ਇਹ ਹੁਣ ਸਾਡੀ ਜ਼ਿੰਮੇਵਾਰੀ ਹੈ। ਤੇ 72,65,000 ਬਾਬੇ ਦਿੱਲੀ ਆਣ ਕੇ ਬਹਿ ਜਾਣ, ਸਾਰੇ ਹਿੰਦੂਆਂ ਦੇ ਵੀ ਸਿੱਖਾਂ ਦੇ ਵੀ, ਤੇ ਸਰਕਾਰ ਕੱਲ ਨੂੰ ਝੁਕ ਜਾਏਗੀ। ਪਰ ਹੁਣ ਤੇ ਤਾਂ ਹੈ ਨਾ, ਕਿਹ ਨਾ ਹੀ ਕਿਆ ਹੁਆ, ਜਦੋਂ ਮੈਂ ਕੁਝ ਹੈ ਹੀ ਨਹੀਂ ਤੇ ਮੈਂ ਬਣ ਕੇ ਕੀ ਖਾਂ। ਤਾਂ ਇੱਥੇ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਜੋ ਬਨਾਵਟੀ ਜ਼ਿੰਦਗੀ ਹੈ ਉਹਦਾ ਕੋਈ ਲਾਭ ਨਹੀਂ, ਉਹ ਪਾਜ ਉਗੜ ਜਾਣਾ ਹੈ, ਉਹਦੇ ਨਾਲ ਆਤਮਿਕ ਜ਼ਿੰਦਗੀ ਨਹੀਂ ਮਿਲਣੀ। ਉਹ ਚਾਹੇ ਮੈਂ ਹੋਵਾਂ, ਤੁਸੀਂ ਹੋ, ਜਾਂ ਬਾਬੇ ਨੇ, ਜਾਂ ਕੋਈ ਹੋਰ ਰਾਜਨੀਤਿਕ, ਕੋਈ ਵੀ ਗੱਲ ਸਾਰਿਆਂ ਲਈ ਸਾਂਝੀ ਹੈ, ਹਿੰਦੂਆਂ ਲਈ, ਮੁਸਲਮਾਨਾਂ ਲਈ, ਸਿੱਖ ਈਸਾਈਆਂ ਲਈ, ਸਾਰਿਆਂ ਵਾਸਤੇ ਹੈ। ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਤੂੰ। ਕੀਤਾ ਕਰਨਾ ਦਾ ਮਤਲਬ ਜਿਹੜੇ ਮੇਰੇ ਕੰਮ ਕੀਤੇ ਹੋਏ ਨੇ, ਕੀਤਾ ਕਰਨਾ ਕਿ ਜੋ ਮੈਂ ਪਿੱਛੇ ਕੀਤਾ ਹੈ, ਜੋ ਮੈਂ ਹੁਣ ਕਰ ਰਿਹਾ। ਕਹਿਆ ਕਥਨਾ ਜੋ ਕੁਛ ਮੈਂ ਪਿੱਛੇ ਕਿਹਾ ਹੈ ਜਾਂ ਹੁਣ ਬੋਲ ਰਿਹਾ, ਜਾਂ ਮੈਂ ਅੱਗੋਂ ਬੋਲਣਾ ਹੈ। ਕੀਤਾ ਕਰਨਾ ਕਹਿਆ ਕਥਨਾ, ਮੇਰਾ ਕੰਮਕਾਰ ਜੋ ਮੈਂ ਕਰਦਾ ਹਾਂ, ਮੇਰਾ ਬੋਲ ਚਾਲ, ਇਹਨਾਂ ਦੇ ਰਾਹੀਂ ਭਰਿਆ ਦਾ ਮਤਲਬ ਮੈਂ ਮੰਦੇ ਸੰਸਕਾਰਾਂ ਦੇ ਨਾਲ ਭਰਿਆ ਹੋਇਆ ਹਾਂ। ਮੇਰੇ ਬੋਲ ਮਾੜੇ, ਬੋਲਾਂ ਵਿੱਚ ਈਰਖਾ ਦਵੇਸ਼, ਮੇਰੀਆਂ ਕਰਤੂਤਾਂ ਮਾੜੀਆਂ, ਮਾਨਸ ਜਾਤ, ਭਰਿਆ ਇਹਨਾਂ ਵਿਕਾਰਾਂ ਦੇ ਨਾਲ ਭਰਿਆ ਹੋਇਆ ਹਾਂ, ਭਰਿਆ ਡਿੱਗਦਾ ਹਾਂ। ਤੇ ਭਰ ਭਰ ਧੂਆਂ ਦਾ ਮਤਲਬ ਕਦੇ ਫਿਰ ਮਨ ਨੂੰ ਧੋਣ ਦਾ ਯਤਨ ਕਰਦਾ ਹਾਂ। ਫਿਰ ਕਰਦਾ ਕੀ ਆ? ਫਿਰ ਤੀਰਥਾਂ ਤੇ ਨਹਾਉਣਾ। ਫਿਰ ਮਨ ਨੂੰ ਧੋਣ ਲਈ ਕੀ ਕਰਨਾ? ਫਿਰ ਸਵੇਰੇ ਮੈਡੀਟੇਸ਼ਨ ਕਰ ਲੈਣਾ। ਬਾਬੇ ਨੇ ਆਖਿਆ ਸੀ ਵੀ 10ਵੇਂ ਦੁਆਰ ਚ ਪ੍ਰਾਣ ਚੜਾ ਲਓ। ਐਵੇਂ ਧੋਣ ਦਾ ਯਤਨ ਕਰ ਰਿਹਾ। ਇਹ ਮੇਰੀ ਹਾਲਾਤ ਹੈ, ਮਤਲਬ ਇਹ ਆਮ ਬੰਦੇ ਦੀ ਹਾਲਾਤ ਹੈ। ਮੇਰੀ ਹਾਲਾਤ ਐਸੀ ਹੈ, ਮੇਰੇ ਬੋਲ, ਮੇਰਾ ਵਿਹਾਰ ਵਿਕਾਰਾਂ ਦੇ ਨਾਲ ਮੈਂ ਭਰਿਆ ਪਿਆ। ਔਰ ਭਰਿਆ ਹੋਇਆ ਕਦੇ ਕਦਾਈ ਮੈਂ ਆਪਣੇ ਮਨ ਨੂੰ ਧੋਣ ਦਾ ਯਤਨ ਕਰਨਾ, ਤੇ ਧੋਣ ਵਾਸਤੇ ਫਿਰ ਪੁੱਠੇ ਕੰਮ, ਫਿਰ ਛਪੜੀਆਂ ਛੱਤ। ਆਪ ਨਾ ਬੁੱਝਾਂ ਲੋਕ ਬੁਝਾਈ, ਇਹਨੂੰ ਬੁਝਾਈ ਨਹੀਂ ਪੜਨਾ, ਬੁਝਾਈ ਬਿੰਦੀ ਲਗਾ ਕੇ। ਐਸਾ ਆਗੂ ਹੂਆ, ਆਪ ਨਾ ਬੁੱਝਾਂ। ਹੁਣ ਮੈਨੂੰ ਆਪ ਤੇ ਸਮਝ ਨਹੀਂ ਹੈ, ਆਪ ਤੇ ਮੈਂ ਜੀਵਨ ਦਾ ਸਹੀ ਰਾਸਤਾ ਸਮਝਿਆ ਨਹੀਂ।
ਆਪ ਮੈਂ ਜ਼ਿੰਦਗੀ ਵਿੱਚ ਸ਼ਾਂਤ ਹੋਇਆ ਨਹੀਂ, ਚੜ੍ਹਦੀ ਕਲਾ ਆਈ ਨਹੀਂ, ਮੇਰੇ ਅੰਦਰ ਪੋਜ਼ਿਟਿਵਿਟੀ ਨਹੀਂ ਆਈ, ਸਕਾਰਾਤਮਕਤਾ ਨਹੀਂ ਆਈ, ਮੈਂ ਕੋਈ ਆਤਮਿਕ ਵਿਕਾਸ ਨਹੀਂ ਕੀਤਾ, ਮੈਂ ਕੋਈ ਐਸਾ ਕੰਮ ਨਹੀਂ ਕੀਤਾ ਜੋ ਸਮਾਜ ਨੂੰ ਮੈਂ ਦੇਣ ਦਿੱਤੀ ਹੋਵੇ, ਆਪ ਨਾ ਬੁੱਝਾਂ। ਲੋਕ ਬੁਝਾਈ, ਲੋਕਾਂ ਨੂੰ ਮੈਂ ਬੁਝਾ ਰਿਹਾ, ਪ੍ਰਚਾਰ ਕਰ ਰਿਹਾ, ਲੋਕਾਂ ਨੂੰ ਸਿੱਖਿਆ ਦੇ ਰਿਹਾ, ਜ਼ਿੰਦਗੀ ਜੀਣ ਦੀ ਜਾਂਚ ਦੱਸ ਰਿਹਾ, ਐਸਾ ਆਗੂ ਹੋਵਾਂ। ਤਾਂ ਇਸ ਹਾਲਾਤ ਵਿੱਚ ਇਹੋ ਜਿਹਾ ਆਗੂ ਹੀ ਬਣਦਾ ਹੈ। ਐਸਾ ਆਗੂ ਹੋਣ ਦਾ ਮਤਲਬ ਹਾਸੋਹੀਣਾ ਆਗੂ, ਐਸਾ ਆਗੂ ਹਾਸੋਹੀਣਾ ਕਿ ਜਿਹਦੀ ਆਪਣੀ ਜ਼ਿੰਦਗੀ ਵਿਕਾਰਾਂ ਵਾਲੀ ਹੈ, ਜਿਹਦੇ ਬੋਲ ਚੰਗੇ ਨਹੀਂ, ਜਿਹਦੀ ਸੋਚ ਚੰਗੀ ਨਹੀਂ, ਜੋ ਆਪ ਮਤਲਬ ਕੰਦਮੂਲ ਖਾਂਦਾ ਫਿਰਦਾ ਹੈ, ਜੋਗੀਆਂ ਵਾਲੇ ਕੱਪੜੇ ਪਾਈ ਫਿਰਦਾ ਹੈ, ਵਿਕਾਰਾਂ ਵਾਲੀ ਜ਼ਿੰਦਗੀ ਹੈ, ਆਸਾ ਤ੍ਰਿਸ਼ਨਾ ਮੁੱਕੀ ਨਹੀਂ ਹੈ, ਘਰ ਗ੍ਰਸਤੀ ਛੱਡ ਗਿਆ ਹੈ, ਨਾ ਜੋਗੀ ਰਿਹਾ ਹੈ, ਨਾ ਸੰਨਿਆਸੀ ਰਿਹਾ ਹੈ, ਤੇ ਲੋਕਾਂ ਨੂੰ ਉਪਦੇਸ਼ ਕਰਕੇ ਜ਼ਿੰਦਗੀ ਜੀਣ ਦਾ ਢੰਗ ਦੱਸ ਰਿਹਾ। ਇਹ ਆਗੂ ਹੈ। ਤੇ ਐਸੇ ਆਗੂਆਂ ਦੇ ਮੰਨਣ ਹਾਰੇ ਵੀ ਐਸੇ ਹੁੰਦੇ ਨੇ। ਅਸੀਂ ਕਿਸੇ ਐਸੇ ਬਾਬੇ ਤੋਂ ਸਲਾਹ ਲੈ ਰਹੇ ਹਾਂ, ਬਾਬਾ ਜੀ ਸਾਡੇ ਘਰ ਕਲੇਸ਼ ਬੜਾ ਰਹਿੰਦਾ ਹੈ, ਤੇ ਬਾਬਾ ਤੇ ਆਪ ਕਲੇਸ਼ ਦਾ ਚੱਲਿਆ ਗਿਆ ਹੈ। ਦੇਖੋ ਮੈਂ ਤੁਹਾਡੇ ਤੋਂ ਸਲਾਹ ਲਵਾਂ ਨਾ ਕਿ ਸਾਡੇ ਘਰ ਪ੍ਰੋਬਲਮ ਹੈ, ਨੂੰ ਪੁੱਤਰ ਦੀ ਹੈ, ਧੀ ਜਵਾਈ ਦੀ ਹੈ, ਜਾਂ ਮੇਰੀ ਤੇ ਮੇਰੀ ਘਰ ਵਾਲੀ ਦੀ, ਜਾਂ ਰਿਸ਼ਤੇਦਾਰ ਦੀ, ਕਿਸੇ ਦੀ, ਤੁਸੀਂ ਮੇਰੇ ਸਾਹਮਣੇ ਇਸ ਟਾਈਮ 39-40 ਵੀਰ ਭੈਣਾਂ ਬੈਠੇ ਹੋ, ਤੁਹਾਡੇ ਤੋਂ ਮੈਂ ਸਲਾਹ ਲਵਾਂ ਤਾਂ ਤੁਸੀਂ ਮੈਨੂੰ ਸਹੀ ਸਲਾਹ ਦੇ ਸਕਦੇ ਹੋ। ਉਹਦਾ ਰੀਜ਼ਨ ਹੈ ਕਿ ਤੁਸੀਂ ਘਰੋਂ ਸਾਰਿਆਂ ਨੇ ਧੀਆਂ ਤੋਰੀਆਂ ਨੇ, ਨੂੰਹਾਂ ਘਰ ਲਿਆਂਦੀਆਂ ਨੇ, ਪਤੀ ਪਤਨੀ ਤੁਸੀਂ ਹੈਗੇ ਹੋ, ਤੁਹਾਨੂੰ ਪਤਾ ਹੈ ਕਿ ਧੀ ਦਾ ਦੁੱਖ ਕੀ ਹੁੰਦਾ ਹੈ, ਨੂੰਹ ਦਾ ਕੀ ਹੁੰਦਾ ਹੈ, ਪੁੱਤਰ ਦਾ ਕੀ ਹੁੰਦਾ ਹੈ, ਪੋਤਰੀਆਂ ਪੋਤਰੇ ਨੇ, ਪਤੀ ਪਤਨੀ ਦੀ ਗੜਬੜ ਕਿਵੇਂ ਹੁੰਦੀ ਹੈ, ਉਹਨਾਂ ਨੂੰ ਕਿਵੇਂ ਹੋਲਡ ਕਰੀਦਾ ਸਮੱਸਿਆ ਨੂੰ, ਤੁਸੀਂ ਮੈਨੂੰ ਸਹੀ ਸਲਾਹ ਦੇ ਸਕਦੇ ਹੋ। ਜੇ ਤੁਹਾਡੇ ਘਰ ਵਿੱਚ ਕੋਈ ਪ੍ਰੋਬਲਮ ਹੈ ਨਾ, ਮੇਰੇ ਤੋਂ ਤੁਸੀਂ ਸਲਾਹ ਲਓ ਤਾਂ ਮੈਂ ਤੁਹਾਨੂੰ ਸਹੀ ਸਲਾਹ ਦੇ ਸਕਦਾ, ਉਮੀਦ ਹੈ, ਕਿਉਂਕਿ ਮੇਰੀਆਂ ਵੀ ਪ੍ਰੋਬਲਮ ਨਾ, ਘਰੋਂ ਧੀ ਤੋਰੀ ਹੈ, ਨੂੰਹ ਲਿਆਂਦੀ ਹੈ, ਪਤੀ ਪਤਨੀਆਂ ਰਿਸ਼ਤੇਦਾਰਾਂ ਨਾਲ ਮਿਲਦੇ ਵਰਤਦੇ ਹਾਂ, ਅਸੀਂ ਇੱਕ ਦੂਜੇ ਨੂੰ ਸਹੀ ਸਲਾਹ ਦੇ ਸਕਦੇ ਹਾਂ, ਕਿਉਂਕਿ ਸਾਨੂੰ ਪ੍ਰੋਬਲਮ ਦਾ ਪਤਾ ਹੈ, ਅਸੀਂ ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਹਾਂ, ਹੰਢਾ ਰਹੇ ਹਾਂ। ਹੁਣ ਜਿਹੜੇ ਬਾਬੇ ਨੇ ਘਰੋਂ ਧੀ ਤੋਰੀ ਨਹੀਂ, ਤੇ ਜਿੰਨੇ ਘਰ ਨੂੰ ਲਿਆਂਦੀ ਨਹੀਂ, ਉਹਨੂੰ ਪਤਾ ਹੀ ਨਹੀਂ। ਹੁਣ ਉਹਨੂੰ ਕੀ ਪਤਾ ਹੈ ਕਿ ਪਤੀ ਪਤਨੀ ਦਾ ਕਲੇਸ਼ ਕੀ ਹੁੰਦਾ? ਜਿਹਨੂੰ ਪਤਾ ਹੀ ਨਹੀਂ, ਉਹ ਸਾਨੂੰ ਸਲਾਹ ਕੀ ਦੇਵੇਗਾ? ਉਹ ਐਸੀ ਪੁੱਠੀ ਸਲਾਹ ਦੇਗਾ ਕਿ ਤੁਹਾਡਾ ਘਰ ਬਰਬਾਦ ਵੀ ਹੋ ਸਕਦਾ ਹੈ। ਨੀਮ ਹਕੀਮ ਖਤਰਾਏ ਜਾਨ। ਤਾਂ ਗੁਰੂ ਜੀ ਕਹਿੰਦੇ ਨੇ, ਆਪ ਨਾ ਬੁੱਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ ਜਿਸ ਨੂੰ ਆਪ ਆਤਮਿਕ ਜੀਵਨ ਦੀ ਸੂਝ ਨਹੀਂ, ਲੋਕਾਂ ਨੂੰ ਉਹ ਸਿੱਖਿਆ ਦੇ ਰਿਹਾ ਹੈ, ਐਸਾ ਮੈਂ ਆਗੂ ਹਾਂ, ਐਸਾ ਮੈਂ ਹਾਸੋਹੀਣਾ ਆਗੂ। ਅੱਗੇ ਹੁਣ ਦੱਸਦੇ ਨੇ ਨਾਨਕ, ਇੱਥੇ ਰੁਕ ਜਾਣਾ ਹੈ। ਅੰਧਾ ਹੋਏ ਕਹਿ ਦੱਸੇ ਰਾਹੈ, ਰਾਹੇ ਨਹੀਂ ਪੜਨਾ, ਰਾਹੈ। ਨਾਨਕ ਅੰਧਾ ਹੋਏ ਕਹਿ ਦੱਸੇ ਰਾਹੈ, ਕਿ हे ਨਾਨਕ, ਜੋ ਮਨੁੱਖ ਆਪ ਅੰਨਾ ਹੈ ਤੇ ਲੋਕਾਂ ਨੂੰ ਰਾਹ ਦੱਸ ਰਿਹਾ ਹੈ। ਹੁਣ ਜਿਹੜਾ ਬੰਦਾ ਅੰਨਾ ਹੋਏ, ਬਾਜ਼ਾਰ ਦੇ ਵਿੱਚ ਵਿਚਾਰਾ ਅੰਨਾ ਤੁਰਿਆ ਫਿਰਦਾ ਹੋਏ, ਜਿਹਦੀਆਂ ਅੱਖਾਂ ਨਹੀਂ ਹਨ, ਤੇ ਉਹਦੇ ਤੋਂ ਜੇ ਤੁਸੀਂ ਰਾਹ ਪੁੱਛੋ ਤਾਂ ਸਚਾਈ ਤਾਂ ਇਹ ਹੈ ਕਿ ਉਹਨੂੰ ਕਹਿ ਦੇਣਾ ਚਾਹੀਦਾ ਕਿ ਮੈਨੂੰ ਰਾਹ ਦਾ ਪਤਾ ਨਹੀਂ, ਕਿਉਂਕਿ ਮੈਨੂੰ ਕਿਹੜਾ ਦਿਸਦਾ ਹੈ। ਪਹਿਲੀ ਗਲਤੀ ਉਹਦੀ, ਜਿਹੜਾ ਅੰਨੇ ਬੰਦੇ ਤੋਂ ਰਾਹ ਪੁੱਛ ਰਿਹਾ ਹੈ, ਉਹਨੂੰ ਪੁੱਛਣਾ ਹੀ ਨਹੀਂ ਚਾਹੀਦਾ, ਕਿਉਂਕਿ ਉਹਨੂੰ ਵਿਚਾਰੇ ਨੂੰ ਦਿਸਦਾ ਨਹੀਂ। ਤੇ ਦੂਜੀ ਗਲਤੀ ਉਸ ਅੰਨੇ ਦੀ, ਜਿਹਨੂੰ ਰਾਹ ਦਾ ਪਤਾ ਹੀ ਨਹੀਂ, ਦਿਸਦਾ ਨਹੀਂ, ਤੇ ਉਹ ਰਾਹ ਦੱਸਣ ਬੈਠਾ ਹੈ। ਤੇ ਜੋ ਰਾਹ ਦੱਸੇਗਾ ਤੇ ਫਿਰ ਕੀ ਹੋਏਗਾ? ਸਭ ਸਮੂਹਾਏ ਸਾਥ ਹੈ, ਆਪਣੇ ਸਾਰੇ ਸਾਥ ਨੂੰ ਵੀ ਉਹ ਡੋਬ ਦੇਵੇਗਾ, ਠਗਾ ਦੇਵੇਗਾ। ਇੱਥੇ ਨਾ ਇੱਕ ਬਾਬਾ ਜੀ ਸਨ, ਤੇ ਉਹਦੀਆਂ ਅੱਖਾਂ ਹੈ ਨਹੀਂ, ਜਮਾਂਦਰੂ ਅੰਨਾ ਨੇ, ਤੇ ਬਾਬਾ ਹੈ, ਤੇ ਮੈਂ ਆਪ ਉੱਥੇ ਕੋਲ ਸੀ ਉਸ ਵਕਤ। ਪਤੀ ਪਤਨੀ ਦੋ ਆਏ, ਕਹਿਣ ਲੱਗੇ ਬਾਬਾ ਜੀ ਅਸੀਂ ਕਾਰ ਲੈਣੀ ਹੈ, ਤੇ ਕਾਰ ਅਸੀਂ ਕਿਹੜੇ ਰੰਗ ਦੀ ਲਈਏ? ਨੀਲੇ ਰੰਗ ਦੀ ਲੈ ਲਿਓ। ਨਾ 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 ਨਾ, ਨੀਲੇ ਰੰਗ ਦੀ ਨਾ ਲਿਓ, ਉਹਦੀ ਸ਼ਾਈਨਿੰਗ ਠੀਕ ਨਹੀਂ ਹੁੰਦੀ, ਤੁਸੀਂ ਨਾ ਹਰੇ ਰੰਗ ਦੀ ਲਿਓ। ਹੁਣ ਜਿਸ ਬੰਦੇ ਨੇ ਰੰਗ ਵੇਖੇ ਹੀ ਨਹੀਂ, ਜਮਾਂਦਰੂ ਅੰਨਾ ਹੈ, ਜਿਹਨੂੰ ਪਤਾ ਹੀ ਨਹੀਂ ਕਿ ਹਰਾ ਰੰਗ ਕਿਹੋ ਜਿਹਾ ਹੁੰਦਾ ਹੈ, ਪੀਲਾ ਨਾਮ ਸੁਣੇ ਨੇ, ਵੇਖੇ ਨਹੀਂ, ਉਹ ਗਾਈਡੈਂਸ ਦੇ ਰਿਹਾ ਹੈ। ਤੇ ਉਹ ਦੇਖੋ ਉਹਨਾਂ ਦੀ ਤੁਸੀਂ ਕਿੰਨੀ ਸਮਝ ਸਮਝੋਗੇ, ਜੋ ਅੰਨੇ ਬੰਦੇ ਤੋਂ ਪੁੱਛ ਰਹੇ ਨੇ ਵੀ ਕਿਹੜੇ ਰੰਗ ਦੀ ਕਾਰ ਲਈਏ, ਤੇ ਉਸ ਅੰਧੇ ਬੰਦੇ ਨੂੰ ਕੀ ਸਮਝੋਗੇ ਜਿਹਨੇ ਸ਼ੁਰੂ ਤੋਂ ਰੰਗ, ਹਾਂ
ਪਹਿਲੋਂ ਰੰਗ ਵੇਖੇ ਹੋਣ, ਰੰਗਾਂ ਬਾਰੇ ਪਤਾ ਹੋਏ, ਬਾਅਦ ਵਿੱਚ ਅੰਨਾ ਹੋਇਆ ਹੋਏ, ਉਹ ਤੇ ਬੰਦਾ ਦੱਸ ਸਕਦਾ, ਪਰ ਜਿਹੜਾ ਹੈ ਹੀ ਜਮਾਂਦਰੂ ਅੰਨਾ। ਤਾਂ ਗੁਰੂ ਜੀ ਕਹਿੰਦੇ ਨੇ, ਨਾਨਕ ਅੰਧਾ ਹੋਏ ਕੈ ਦੱਸੇ ਰਾਹੈ, ਸਬਸ ਮੁਹਾਏ ਸਤ ਹੈ। ਜੋ ਮਨੁੱਖ ਆਪ ਅੰਨਾ ਹੈ, ਹੋਰਨਾਂ ਨੂੰ ਰਾਹ ਦੱਸਦਾ ਹੈ, ਉਹ ਸਾਰੇ ਸਾਥ ਨੂੰ ਵੀ ਲੁਟਾ ਦਿੰਦਾ ਹੈ, ਆਤਮਿਕ ਜੀਵਨ ਬਰਬਾਦ ਕਰ ਦਿੰਦਾ ਹੈ। ਉਹ ਚਾਹੇ ਕੋਈ ਪਰਿਵਾਰ ਦਾ ਮੁਖੀਆ ਹੈ, ਕੋਈ ਧਰਮ ਦਾ ਮੁਖੀਆ ਹੈ, ਜਾਂ ਰਾਜਨੀਤੀ ਦਾ ਮੁਖੀਆ ਹੈ, ਕੋਈ ਵੀ। ਅੱਗੇ ਗਿਆ ਮੂੰਹੇ ਮੂੰਹ ਪਾਹੇ, ਸੋ ਐਸਾ ਆਗੂ ਜਾਪ। ਮੂੰਹੇ ਮੂੰਹ ਪਾਹੇ ਦਾ ਮਤਲਬ ਮੂੰਹ ਤੇ ਪੈਂਦੀਆਂ ਨੇ। ਅਸੀਂ ਕਹਿੰਦੇ ਨੇ ਵੀ ਅੱਜ ਨੂੰ ਬੜੀਆਂ ਪਈਆਂ, ਇੱਕ ਤਾਂ ਹੁੰਦਾ ਹੈ ਚਪੇੜਾਂ ਪਈਆਂ, ਜੁੱਤੀਆਂ ਪਈਆਂ, ਡੰਡੇ ਪਏ, ਡਾਂਗਾਂ ਪਈਆਂ। ਮੂੰਹੇ ਮੂੰਹ ਪਾਹੇ ਦਾ ਮਤਲਬ ਨਮੋਸ਼ੀ ਦਾ ਮੂੰਹ ਵੇਖਣਾ, ਉਹਨੂੰ ਇਨਸਲਟ ਕਰਾਣੀ ਪੈਂਦੀ, ਉਹਦੀ ਬੇਇੱਜ਼ਤੀ ਹੁੰਦੀ ਹੈ। ਅੱਗੇ ਗਿਆ ਦਾ ਮਤਲਬ ਜਦੋਂ ਉਹਦੇ ਕੰਮਾਂ ਦਾ ਰਿਜ਼ਲਟ ਨਿਕਲਦਾ ਹੈ ਤੇ ਜਿਹੜਾ ਐਸਾ ਆਗੂ ਹੈ ਪ੍ਰਗਟ ਹੋ ਜਾਂਦਾ ਹੈ, ਉਹਦਾ ਅਸਲ ਰੂਪ ਉਗੜਦਾ ਹੈ, ਤਾਂ ਫਿਰ ਉਹਦੀ ਜਿਹੜੀ ਹੈ ਬਦਨਾਮੀ ਹੁੰਦੀ। ਇੱਕ ਤਾਂ ਪਾਰਟੀ ਹਾਰ ਜਾਏਗੀ, ਦੂਜੇ ਨੰਬਰ ਤੇ ਜੇ ਪਾਰਟੀ ਨੂੰ ਜਿਤਾ ਵੀ ਗਿਆ ਤੇ ਆਉਣ ਵਾਲੇ ਟਾਈਮ ਦੇ ਅੰਦਰ ਜੋ ਰਿਜ਼ਲਟ ਨਿਕਲੇਗਾ ਉਹ ਬੜਾ ਗਲਤ ਨਿਕਲੇਗਾ। ਜਿਵੇਂ ਹੁਣ ਅਸੀਂ ਅੱਜ ਦੀ ਆਪਣੀ ਸਰਕਾਰ ਨੂੰ ਵੇਖੀ ਤੇ ਜੀਡੀਪੀ ਕਿੱਥੇ ਲੈ ਗਏ ਨੇ, ਕੀ ਹਾਲਾਤ ਹੋ ਗਈ ਹੈ ਨਾ, ਵੇਚੀ ਜਾ ਰਹੇ ਨੇ ਹਰ ਸ਼ੈ, ਜਾਂ ਜੋ ਵੀ ਜਿਸ ਤਰ੍ਹਾਂ ਵੀ। ਤਾਂ ਕੋਈ ਵੀ ਆਗੂ ਜਿਹੜਾ ਹੈ, ਚਾਹੇ ਉਹ ਰਾਜਨੀਤਿਕ ਹੈ ਜਾਂ ਧਾਰਮਿਕ ਆਗੂ ਹੈ ਜਾਂ ਕਿਸੇ ਪਰਿਵਾਰ ਦਾ ਕੋਈ ਆਗੂ ਹੈ, ਤਾਂ ਉਹ ਆਗੂ ਜਿਹੜਾ ਹੈ ਉਹ ਬਦਨਾਮੀ ਖੱਟੇਗਾ, ਕਿਉਂਕਿ ਉਹ ਸਾਥ ਨੂੰ ਵੀ ਨਿਭਾ ਦੇਵੇਗਾ, ਡੋਬ ਦੇਵੇਗਾ। ਇਸ ਲਈ ਗੁਰੂ ਜੀ ਸਾਨੂੰ ਸੁਚੇਤ ਕਰ ਰਹੇ ਨੇ ਕਿ ਐਸੇ ਆਗੂਆਂ ਤੋਂ ਬਚੋ। ਬੰਦਾ ਉਹਦਾ ਸਾਥ ਕਰੋ ਜੋ ਬੰਦਾ ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੈ। ਇਸ ਲਈ ਗੁਰੂ ਦੀ ਪਾਵਨ ਬਾਣੀ ਆਪ ਪੜੋ, ਗੁਰਬਾਣੀ ਦੇ ਅਰਥ ਭਾਵਾਂ ਨੂੰ ਆਪ ਵਿਚਾਰੋ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਓ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਗੁਰਬਾਣੀ ਵਰਗੇ ਬਣੋ। ਔਰ ਜੋ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਰਿਹਾ ਹੈ, ਐਸੇ ਲੋਕਾਂ ਦਾ ਸਾਥ ਕਰੋ, ਐਸੇ ਆਗੂ ਨੂੰ ਮੰਨਣ ਦਾ ਯਤਨ ਕਰੋ। ਮਾਹਾ ਰੁੱਤੀ ਸਭ ਤੂੰ ਘੜੀ ਮੂਰਤ ਵਿਚਾਰਾ। ਤਾਂ ਘੜੀ ਦਾ ਮਤਲਬ ਘੜੀਆਂ ਵਿੱਚ, ਮਾਹਾ ਰੁੱਤੀ ਸਭ ਤੂੰ ਘੜੀ, ਮੂਰਤ ਦਾ ਮਤਲਬ ਹੁੰਦਾ ਹੈ ਮਹੂਰਤ। ਮੂਰਤ ਸ਼ਬਦ ਗੁਰਬਾਣੀ ਦੇ ਅੰਦਰ ਕਰੀਬ 5 ਅਰਥਾਂ ਦੇ ਵਿੱਚ ਮਿਲਦਾ ਹੈ। ਜਿਵੇਂ ਅਕਾਲ ਮੂਰਤ, ਤਾਂ ਇੱਥੇ ਮੂਰਤ ਦਾ ਅਰਥ ਹੈਗਾ ਹਸਤੀ। ਜਿਵੇਂ ਮਹਾ ਦਿਵਸ ਮੂਰਤ ਭਲੇ, ਉੱਥੇ ਮੂਰਤ ਦਾ ਅਰਥ ਹੈਗਾ ਮਹੂਰਤ। ਪਾਖਣ ਗੜ ਕੇ ਮੂਰਤ ਕੀਨੀ, ਉੱਥੇ ਮੂਰਤ ਦਾ ਮਤਲਬ ਪੱਥਰ ਦੀ ਮੂਰਤੀ। ਨਾਨਕ ਮੂਰਤ ਚਿੱਤਰ ਜਿਉ, ਉੱਥੇ ਮੂਰਤ ਦਾ ਮਤਲਬ ਕਾਗਜ਼ ਦੀ ਤਸਵੀਰ। ਤੇ ਗੁਰ ਕੀ ਮੂਰਤ ਮਨ ਮੈਂ ਧਿਆਨ, ਉੱਥੇ ਮੂਰਤ ਦਾ ਮਤਲਬ ਹੈ ਗੁਰੂ ਦੀ ਸਿੱਖਿਆ। ਕਈ ਲੋਕ ਉਹਦਾ ਅਰਥ ਕਰਦੇ ਨੇ ਕਿ ਗੁਰੂ ਦੀ ਮੂਰਤੀ ਦਾ ਧਿਆਨ ਧਰੋ, ਨਾ, ਮੂਰਤ ਦਾ ਮਤਲਬ ਸਿੱਖਿਆ। ਤੇ ਭਾਈ ਗੁਰਦਾਸ ਜੀ ਵੀ ਇਹ ਸ਼ਬਦ ਵਰਤਦੇ ਨੇ, ਗੁਰ ਮੂਰਤ ਗੁਰ ਸ਼ਬਦ ਹੈ, ਉੱਥੇ ਮੂਰਤ ਦਾ ਮਤਲਬ ਹੈ ਅਸਲ ਸਰੂਪ। ਤਾਂ ਇੱਥੇ ਮੂਰਤ ਦਾ ਮਤਲਬ ਮਹੂਰਤ, 2 ਘੜੀਆਂ। ਤਾਂ ਸਾਰੇ ਮਹੀਨਿਆਂ, ਰੁੱਤਾਂ, ਘੜੀਆਂ, ਮਹੂਰਤਾਂ ਵਿੱਚ ਤੈਨੂੰ ਸਿਮਰਿਆ ਜਾ ਸਕਦਾ ਹੈ, ਤੈਨੂੰ ਯਾਦ ਕੀਤਾ ਜਾ ਸਕਦਾ ਹੈ। ਕੋਈ ਥਿੱਤ, ਕੋਈ ਵਾਰ, ਕੋਈ ਰੁੱਤ, ਕੋਈ ਮਹੂਰਤ, ਕੋਈ ਘੜੀ ਮਾੜੀ ਨਹੀਂ ਹੁੰਦੀ। ਸਾਏ ਕਢਾਉਣ ਦੀ ਲੋੜ ਨਹੀਂ, ਮੈਂ ਕਦੋਂ ਰੱਬ ਦੇ ਗੁਣਾਂ ਦੇ ਨਾਲ ਜੁੜਾਂ। ਹਰ ਸਮਾਂ ਸੁਹਾਵਣਾ ਹੈ ਜੇ ਉਹਨੂੰ ਅਸੀਂ ਸੱਚ ਦੇ ਨਾਲ ਮਿਲ ਕੇ ਬਿਤਾਉਂਦੇ ਹਾਂ। ਚੰਗੇ ਕੰਮ ਕਰਨ ਲਈ ਕੋਈ ਵੀ ਸਮਾਂ ਮਾੜਾ ਨਹੀਂ ਹੁੰਦਾ, ਤੇ ਮਾੜੇ ਕੰਮ ਕਰਨ ਵਾਸਤੇ ਕੋਈ ਵੀ ਸਮਾਂ ਚੰਗਾ ਨਹੀਂ ਹੁੰਦਾ। ਅਗਲਾ ਬਚਨ ਕਰਦੇ ਨੇ, ਤੂੰ ਗਣਤੈ ਕਿਨੈ ਨਾ ਪਾਇਓ, ਸੱਚੇ ਅਲਖ ਅਪਾਰਾ। ਗਣਤੇ ਦਾ ਮਤਲਬ ਗਿਣਤੀਆਂ ਦੇ ਨਾਲ, ਲੇਖੇ ਕਰਕੇ। ਲੋਕੀ ਜੋਤਸ਼ੀਆਂ ਕੋਲ ਜਾਂਦੇ ਨੇ ਨਾ, ਕਿਹੜਾ ਵਾਰ ਚੰਗਾ ਹੈ, ਕਿਹੜਾ ਵਾਰ ਮਾੜਾ ਹੈ, ਕਿਹੜੀ ਥਿੱਤ ਚੰਗੀ ਹੈ। ਲੋਕ ਲਗਨ ਕਢਾਉਂਦੇ ਨੇ, ਕੁੰਡਲੀਆਂ ਮਿਲਾਉਂਦੇ ਨੇ, ਮੁੰਡੇ ਕੁੜੀ ਦੀ ਕੁੰਡਲ ਨਹੀਂ ਮਿਲਾਉਂਦੇ ਨੇ। ਤੇ ਮੈਂ ਤੇ ਕਹਿੰਦਾ, ਜੇ ਕੁੰਡਲ ਨਹੀਂ ਮਿਲਾਣੀ ਨਾ, ਕੁੰਡਲ ਨਹੀਂ ਕੰਡਲ ਨਹੀਂ ਹੁੰਦੀ, ਕੁਛ ਨਹੀਂ, ਮੁੰਡੇ ਕੁੜੀ ਦੀ ਬਜਾਏ ਨਾ ਨੂੰਹ ਸੱਸ ਦੀ ਮਿਲਾ ਲਵੇ ਬੰਦਾ, ਜ਼ਿਆਦਾ ਠੀਕ ਹੈ, ਕਿਉਂਕਿ ਬਣਦੀ ਤੇ ਇਹਨਾਂ ਦੀ ਨਹੀਂ ਆਪਸ। ਤਾਂ ਕਹਿਣ ਤੋਂ ਮੁਰਾਦ ਕਿ ਜਿਹੜੇ ਕੁੰਡਲੀਆਂ ਮਿਲਾਉਂਦੇ ਫਿਰਦੇ ਨੇ, ਹੱਥ ਵੇਂਦੇ ਨੇ, ਕਿਸਮਤ ਵੇਖਦੇ ਨੇ, ਇਹਨਾਂ ਚੀਜ਼ਾਂ ਦੇ ਨਾਲ ਕਦੇ ਕਿਸੇ ਨੂੰ ਨਹੀਂ ਪਾਇਆ। ਦੇਖੋ, ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਰਾਮਚੰਦਰ ਜੀ ਨੂੰ ਭਗਵਾਨ ਕਿਹਾ ਜਾਂਦਾ ਹੈ,
ਦਸ਼ਰਥ ਨੂੰ ਧਰਮੀ ਰਾਜਾ ਕਿਹਾ ਜਾਂਦਾ। ਦੂਜੇ ਪਾਸੇ ਜਨਕ ਹੈ, ਧਰਮੀ ਰਾਜਾ ਹੈ। ਸੀਤਾ ਜੀ ਪਵਿੱਤਰ ਜੀਵਨ ਵਾਲੀ ਕਹੀ ਜਾਂਦੇ ਨੇ। ਤੇ ਇਹਨਾਂ ਦੇ ਕੋਲ ਦੋਵੇਂ ਹੀ ਰਾਜੇ ਨੇ। ਇਹਨਾਂ ਦੇ ਕੋਲ ਜੋਤਸ਼ੀ ਕਿੱਡੇ ਵੱਡੇ ਹੋਣਗੇ, ਤੇ ਉਹਨਾਂ ਜੋਤਸ਼ੀਆਂ ਨੇ ਮਹੂਰਤ ਕੱਢਿਆ ਹੋਏਗਾ ਵੀ ਇਸ ਮਹੂਰਤ ਦੇ ਉੱਤੇ ਤੁਸੀਂ ਸਵੰਬਰ ਰਚੋ, ਕੁੰਡਲੀਆਂ ਮਲਾਈਆਂ ਹੋਣਗੀਆਂ, ਸਾਰਾ ਕੁਝ ਕੀਤਾ ਹੋਏਗਾ ਨਾ। ਉਹਨਾਂ ਤੋਂ ਵੱਡੇ ਜੋਤਸ਼ੀ ਤੇ ਨਹੀਂ ਹੋ ਸਕਦੇ। ਪਰ ਸੀਤਾ ਦੇ ਨਾਲ ਸਾਰੀ ਉਮਰ ਹੋਇਆ ਕੀ, ਰਾਮਚੰਦਰ ਨਾਲ ਕੀ ਹੋਇਆ, ਕਿਸੇ ਜੋਤਸ਼ੀ ਨਹੀਂ ਦੱਸਿਆ ਕਿ ਇਹਨੂੰ ਬਨਵਾਸ ਮਿਲਣਾ ਹੈ, ਸਵੇਰੇ ਰਾਜ ਤਿਲਕ ਦੇਣਾ ਹੈ, ਤੇ ਰਾਜ ਤਿਲਕ ਦੀ ਬਜਾਏ 14 ਸਾਲ ਦਾ ਬਨਵਾਸ। ਸਾਰੀ ਜ਼ਿੰਦਗੀ ਸੀਤਾ ਜੀ ਦੀ ਖੱਜਲ ਖੁਆਰੀ। ਜੇ ਰਾਮਚੰਦਰ ਦੇ ਕੋਲ ਆਈ ਹੈ ਤੇ ਫਿਰ ਅਗਨ ਪ੍ਰੀਖਿਆ ਲੈਣ ਤੋਂ ਬਾਅਦ ਵੀ ਘਰੋਂ ਕੱਢ ਦਿੱਤਾ। ਦੂਜੇ ਪਾਸੇ ਪਾਂਡਵ ਨੇ, ਤਾਂ ਪਾਂਡਵਾਂ ਦੇ ਨਾਲ ਕ੍ਰਿਸ਼ਨ ਭਗਵਾਨ ਰਹਿੰਦੇ ਨੇ। ਦੂਜੇ ਪਾਸੇ ਦ੍ਰੋਪਦੀ ਹੈ, ਤੇ ਦ੍ਰੋਪਦੀ ਦੇ ਪਿਤਾ ਦ੍ਰੁਪਦ ਰਾਜੇ ਦੇ ਕੋਲ ਵੀ ਜੋਤਸ਼ੀ ਹੋਣਗੇ ਨਾ। ਸਾਰਾ ਲਗਨ ਸੋਧ ਕੇ ਸ਼ਗਨਾਂ ਦੇ ਨਾਲ ਵਿਹਾਰ ਕੀਤਾ ਹੋਏਗਾ, ਤੇ ਜੋ ਕੁਝ ਦ੍ਰੋਪਦੀ ਦੇ ਨਾਲ ਹੋਇਆ ਹੈ ਤੁਹਾਡੇ ਸਾਹਮਣੇ ਹੀ ਹੈ ਨਾ। ਰਾਸ਼ੀਆਂ ਜਿਹੜੇ ਵਿਚਾਰਦੇ ਨੇ ਕਿ ਰਾਸ਼ੀ ਤੁਹਾਡੀ ਵਿੱਚ ਇਹ ਫਲ ਹੈ, ਰਾਸ਼ੀ ਕੰਸ ਦੀ ਵੀ ਉਹੀ ਹੈ, ਰਾਸ਼ੀ ਕ੍ਰਿਸ਼ਨ ਦੀ ਵੀ ਉਹੀ ਹੈ, ਰਾਸ਼ੀ ਉਸਾਮਾ ਬਿਨ ਲਾਦਨ ਦੀ ਵੀ ਉਹੀ ਹੈ, ਤੇ ਰਾਸ਼ੀ ਓਬਾਮਾ ਦੀ ਵੀ ਉਹੀ ਹੈ। ਜੇ ਹੁਣ ਗੱਲ ਕਰੀਏ ਕਿ ਰਾਸ਼ੀ ਮਨਮੋਹਨ ਸਿੰਘ ਦੀ ਵੀ ਉਹੀ ਹੈ, ਰਾਸ਼ੀ ਮੋਹਰ ਸਿੰਘ ਹੁਣ ਮੈਂ ਆ ਤੇ ਰਾਸ਼ੀ ਮੇਰੀ ਵੀ ਉਹੀ ਹੈ, ਤਾਂ ਰਾਸ਼ੀਆਂ ਦਾ ਫਿਰ ਕਿੱਧਰ ਗਿਆ? ਸਾਰਿਆਂ ਦੇ ਸਭ ਕੁਝ ਅਲੱਗ-ਅਲੱਗ ਹੈ ਨਾ, ਸੁਭਾਅ ਵੀ। ਜਦੋਂ ਸੁਨਾਮੀ ਲਹਿਰਾਂ ਆਈਆਂ, ਕਿੰਨੇ ਲੋਕ ਮਾਰੇ ਗਏ ਇੱਕੋ ਦਿਨ ਦੇ ਅੰਦਰ, ਤੇ ਉਹਨਾਂ ਦੀਆਂ ਰਾਸ਼ੀਆਂ ਪੜ੍ਹ ਲਓ ਉਸ ਦਿਨ ਦੀ ਅਖਬਾਰ ਵਿੱਚ, ਕਿਤੇ ਨਹੀਂ ਲਿਖਿਆ ਵੀ ਸੁਨਾਮੀ ਲਹਿਰ ਚ ਇੰਨੇ ਲੋਕ ਮਰਨਗੇ। ਕਈ ਵਾਰ ਰਾਸ਼ੀਆਂ ਪੜ੍ਹੋ ਨਾ, ਤੇ ਰਾਸ਼ੀ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਫਲਾਂ ਰਾਸ਼ੀ ਵਾਲੇ ਨੂੰ ਜਿਹੜਾ ਹੈ ਉਹਦੇ ਵੱਲ ਪੁੱਤਰ ਹੋਏਗਾ, ਤੇ ਉਹ ਰਾਸ਼ੀ ਵਾਲੇ ਦੀ ਉਮਰ ਹੁੰਦੀ ਹੈ 9-10 ਸਾਲ ਬੱਚੇ ਦੀ। ਰਾਸ਼ੀ ਤਾਂ ਉਹਦੀ ਵੀ ਹੈ ਨਾ। ਇਸ ਲਈ ਇਹੋ ਜਿਹੀਆਂ ਗਣਤੀਆਂ ਮਿਣਤੀਆਂ ਦੇ ਨਾਲ ਨਹੀਂ ਮਿਲਦਾ। ਤੂੰ ਗਣਤੈ ਕਿਨੇ ਨਾ ਪਾਇਓ, ਸੱਚੇ ਅਲਖ ਅਪਾਰਾ। ਹੇ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ, ਥਿੱਤਾਂ ਦਾ ਲੇਖਾ ਲਿਖ ਲਿਖ ਕੇ ਕਿਸੇ ਨੇ ਵੀ ਤੈਨੂੰ ਨਹੀਂ ਪਾਇਆ ਐਸੇ ਲੇਖੇ ਜੋਖੇ ਦੇ ਨਾਲ। ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ। ਜੋ ਥਿੱਤਾਂ ਵਾਰਾਂ ਦੀ ਵਿਦਿਆ ਪੜਿਆ ਹੋਇਆ ਹੈ, ਧਾਰਮਿਕ ਗ੍ਰੰਥਾਂ ਦੇ ਜਿੰਨੇ ਕਰਮ ਕਾਂਡ ਪੜੇ ਹੋਏ ਨੇ, ਤੇ ਉਹਦੇ ਅੰਦਰ ਲੱਭ ਹੈ, ਲੋਭ ਹੈ, ਉਹ ਲੋਭ ਕਰਕੇ ਲੋਕਾਂ ਨੂੰ ਮਿਸਗਾਈਡ ਕਰ ਰਿਹਾ ਹੈ, ਇਮੋਸ਼ਨਲ ਬਲੈਕਮੇਲ ਕਰ ਰਿਹਾ ਹੈ, ਔਰ ਅਹੰਕਾਰ ਕਰ ਰਿਹਾ ਹੈ ਕਿ ਮੇਰੇ ਤੋਂ ਵੱਡਾ ਵਿਦਵਾਨ ਕੋਈ ਨਹੀਂ। ਤਾਂ ਉਸ ਐਸੇ ਧਾਰਮਿਕ ਪੜੇ ਨੂੰ ਮੂਰਖ ਹੀ ਕਿਹਾ ਜਾਏਗਾ, ਜਿਹੜਾ ਥਿੱਤਾਂ ਵਾਰਾਂ ਦੇ ਚੱਕਰਾਂ ਵਿੱਚ ਪਿਆ ਹੋਇਆ ਹੈ, ਔਰ ਲੱਭ ਲੋਭ ਹੰਕਾਰ ਵੀ ਹੈ। ਤੇ ਦੂਜੀ ਗੱਲ, ਜੋ ਧਾਰਮਿਕ ਵਿਦਿਆ ਜਿਸਨੇ ਧਰਮ ਗ੍ਰੰਥ ਪੜ੍ਹੇ ਨੇ, ਪਰ ਜੇ ਅੰਦਰ ਹੰਕਾਰ ਹੈ, ਲੱਭ ਹੈ, ਲੋਭ ਹੈ, ਤਾਂ ਉਹਨੂੰ ਪੜਿਆ ਹੋਇਆ ਮੂਰਖ ਕਿਹਾ ਜਾਏਗਾ। ਤੇ ਜੇ ਦੁਨਿਆਵੀ ਵਿਦਿਆ ਵੀ ਪੜਿਆ ਹੈ, ਕਿਸੇ ਕੋਲ ਮਾਸਟਰ ਡਿਗਰੀ ਹੈ, ਤੇ ਜੇ ਉਹ ਬੰਦਾ ਲੱਭ ਕਰਦਾ ਹੈ, ਹੰਕਾਰ ਕਰਦਾ ਹੈ, ਲੋਭ ਕਰਦਾ ਹੈ, ਰਿਸ਼ਵਤ ਲੈਂਦਾ ਹੈ, 2 ਨੰਬਰ ਦੇ ਧੰਦੇ, ਤਾਂ ਉਹਨੂੰ ਵੀ ਮੂਰਖ ਕਿਹਾ ਜਾਏਗਾ। ਮੂਰਖ ਮੂਰਖ ਹੀ ਹੈ। ਇੱਕ ਪੜਿਆ ਮੂਰਖ ਹੋ ਸਕਦਾ ਹੈ, ਇੱਕ ਅਨਪੜ੍ਹ ਮੂਰਖ ਹੋ ਸਕਦਾ ਹੈ। ਤਾਂ ਇਸ ਲਈ ਪੜ੍ਹਾਈ ਸਾਡੀ ਤਾਂ ਹੈ ਜੇ ਅਸੀਂ ਸੱਚ ਦੇ ਨਾਲ ਜੁੜੀਏ, ਚਾਹੇ ਉਹ ਧਾਰਮਿਕ ਵਿਦਿਆ ਹੈ, ਚਾਹੇ ਉਹ ਦੁਨਿਆਵੀ ਵਿਦਿਆ ਹੈ। ਜੇ ਬੰਦਾ ਸੱਚ ਦੇ ਨਾਲ ਜੁੜਿਆ ਤੇ ਪੜ੍ਹਾਈ ਦਾ ਫਾਇਦਾ ਤਾਂ ਹੈ ਨਾ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਇਸ ਲਈ ਪੜ੍ਹਨਾ ਕੀ ਚਾਹੀਦਾ ਹੈ? ਕਰਮਕਾਂਡ ਨਹੀਂ, ਥਿੱਤਵਾਰ ਨਹੀਂ, ਨਾਉ ਪੜ੍ਹੀਏ, ਨਾਉ ਬੁੱਝੀਏ, ਗੁਰਮਤੀ ਵਿਚਾਰਾ। ਕਿਸੇ ਥਿੱਤ ਮਹੂਰਤ ਦੇ ਭਰਮ ਦੀ ਲੋੜ ਨਹੀਂ ਕਿ ਕਿਹੜਾ ਵਾਰ ਸਫਲਾ ਹੈ ਤੇ ਕਿਹੜਾ ਵਾਰ ਮਾੜਾ ਹੈ। ਵਸਤੂ ਸ਼ਾਸਤਰ ਵਾਲੇ ਨੇ ਨਾ, ਵਾਸਤੂ ਸ਼ਾਸਤਰ ਵਾਲੇ, ਵੀ ਘਰ ਦਾ ਮੂੰਹ ਇੰਜ ਨੂੰ ਕਰੋ, ਘਰ ਦੇ ਵਿੱਚ ਇਸ ਜਗ੍ਹਾ ਤੇ ਲੋਹਾ ਰੱਖੋ, ਇੱਥੇ ਪਿੱਤਲ ਰੱਖੋ, ਇਹ ਗਮਲਾ ਇੱਧਰ ਕਰੋ। ਵਾਸਤੂ ਸ਼ਾਸਤਰ ਵਾਲੇ। ਦੁਕਾਨਾਂ ਵਾਲੇ ਲੋਕ ਪੁੱਛਦੇ ਨੇ, ਪੰਡਤ ਜੀ ਕਿੱਥੇ ਪਾਸੇ ਮੂੰਹ ਕਰੀਏ, ਕਿਹੜੇ ਪਾਸੇ ਦੁਕਾਨ ਦੇ ਵਿੱਚ ਕਿਹੜੀ ਕਿਹੜੀ ਸ਼ੈ ਰੱਖੀਏ, ਧੂਪ ਬੱਤੀਆਂ ਦਿਖਾਉਂਦੇ, ਤੇ ਦੁਕਾਨਾਂ ਫਿਰ ਨਹੀਂ ਚੱਲਦੀਆਂ। ਤੇ ਸ਼ਰਾਬ ਦਾ ਠੇਕਾ ਗੰਦੇ ਨਾਲੇ ਦੇ ਉੱਤੇ ਹੁੰਦਾ, ਲੋਕੀ ਪਾਰ ਕਰਕੇ ਜਾਂਦੇ ਨੇ, ਇਹ ਆਰਾਮ ਨਾਲ ਚੱਲਦਾ। ਉਹਨਾਂ ਨੂੰ ਵਾਸਤੂ ਸ਼ਾਸਤਰ ਕੁਛ ਨਹੀਂ ਕਹਿੰਦਾ। ਜਿੱਧਰ ਮਰਜ਼ੀ ਮੂੰਹ ਹੋਵੇ ਠੇਕੇ ਦਾ, ਚੱਲਦਾ ਹੈ ਨਾ, ਉੱਥੇ ਵਾਸਤੂ ਸ਼ਾਸਤਰ ਕਿਉਂ ਨਹੀਂ ਕੰਮ ਕਰਦਾ? ਇਸ ਲਈ ਗੁਰੂ ਜੀ ਕਹਿੰਦੇ ਨੇ ਐਸੇ ਭਰਮਾਂ ਦੇ ਵਿੱਚ ਨਾ ਪਾਓ, ਐਸੇ ਭਰਮ ਵਹਿਮ ਨਾ ਪੜੋ,
ਐਸੇ ਭਰਮ ਵਹਿਮ ਜੋ ਪੜੇ ਹੋਏ ਨੇ ਉਹਨਾਂ ਦੇ ਚੱਕਰ ਵਿੱਚ ਵੀ ਨਾ ਪਾਓ, ਸਗੋਂ ਨਾਉ ਪੜੀਏ ਨਾਉ ਬੁੱਝੀਏ ਗੁਰਮਤੀ ਵਿਚਾਰਾ। ਗੁਰੂ ਦੀ ਮੱਤ ਦੇ ਧਾਰਨੀ ਬਣੋ, ਹੁਕਮ ਬਾਰੇ ਪੜੋ, ਸਿਸਟਮ ਨਾਉ ਬੁੱਝੀਏ, ਹੁਕਮ ਨੂੰ ਸਮਝੋ। ਗੁਰਮਤੀ ਨਾਮ ਤਨ ਖੱਟਿਆ, ਭਗਤੀ ਭਰੇ ਭੰਡਾਰਾ। ਗੁਰੂ ਦੀ ਮੱਤ ਲੈ ਕੇ ਜਿਨ੍ਹਾਂ ਨੇ ਨਾਮ ਤਨ ਖੱਟਿਆ ਹੈ,